ਸੋਚਦੇ ਹਾਂ ਤਾਂ ਇਹੀ ਹੁੰਦਾ ਸੀ ਨਾਨੀ ਕੋਲੇ ਜਾਣਾ ਛੁੱਟੀਆਂ 'ਚ, ਤੇ ਉਹਨਾਂ ਨੇ ਜਿਵੇਂ ਕੋਈ ਵਿਆਹ ਹੋਇਆ ਹੋਣਾ ਤੇ ਪਤਾਸੇ ਨਹੀਂ ਹੁੰਦੇ ਸੀ ਗੋਲ ਗੋਲ ਪਤਾਸੇ ਹਨਾ, ਉਹ ਜਿੰਨੀ ਦੇਰ ਤੱਕ ਮੈਨੂੰ ਇਹ ਲੈਵਲ 7 ਕਰਨ ਤੋਂ ਬਾਅਦ ਟੀਚਿੰਗ ਦੀ ਜੌਬ ਨਹੀਂ ਮਿਲ ਗਈ ਤਾਂ ਮੈਂ ਕਹਿ ਲਓ ਹਰ ਰੋਜ਼ ਟਿਕਟਸ ਦੇਖਦੀ ਹੁੰਦੀ। ਤੇ ਸਟਾਰਟਿੰਗ 'ਚ ਆ ਕੇ ਆਪਾਂ ਨੂੰ ਰਿਲੇਸ਼ਨਸ਼ਿਪ ਬਿਲਡ ਕਰਨਾ ਪੈਂਦਾ ਆ, ਆਪਣੀ ਲਾਈਫ ਜ਼ੀਰੋ ਤੋਂ ਸਟਾਰਟ ਕਰਨੀ ਪੈਂਦੀ ਆ। ਔਰ ਮੋਰ ਓਵਰ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਅਨਕੁਆਲੀਫਾਈਡ ਦਾ ਟੈਗ ਮਿਲ ਰਿਹਾ ਸੀਗਾ ਇੰਨੀ ਕੁਆਲੀਫਿਕੇਸ਼ਨ ਹੋਣ ਦੇ ਬਾਵਜੂਦ, ਹੈ ਨਾ। ਜਿਹੜਾ ਕੁਝ ਮੈਨੂੰ ਚਾਹੀਦਾ ਸੀਗਾ, ਜਿਵੇਂ ਤੁਸੀਂ ਨਿੱਕੇ ਨਿੱਕੇ ਬੱਚਿਆਂ ਨਾਲ ਕੰਮ ਕਰਨਾ, ਉਹਨਾਂ ਦੇ ਸਕਿੱਲਸ ਡਿਵੈਲਪ ਕਰਨੀ ਤੇ ਆਪਣੀਆਂ ਸਕਿੱਲਸ ਵੀ ਡਿਵੈਲਪ ਕਰਨੀਆਂ ਉਹਨਾਂ ਦੇ ਨਾਲ, ਤਾਂ ਉਹ ਮੈਨੂੰ ਫਿਰ ਉਹ ਤੋਂ ਬਾਅਦ ਕਹਿ ਲਓ ਵੀ ਲਾਈਫ ਥੋੜੀ ਜਿਹੀ ਟਰੈਕ ਤੇ ਆਣੀ ਸ਼ੁਰੂ ਹੋ ਗਈ। ਗਲੀ ਗਲੀ ਬਨਜਾਰਾ ਸੀ ਫਿਰਦਾ, ਹੋਕਾ ਦਿੰਦਾ ਪੰਗਾਂ ਦਾ, ਮੈਂ ਆਸ਼ਿਕ ਹੋ ਗਈ ਵੇ। ਕਹਿੰਦੇ ਊਠਾਂ ਵਾਲਿਓ ਵੇ ਊਠ ਲੱਦੇ ਨੇ ਲਾਹੌਰ ਨੂੰ, ਕੱਲੀ ਕੱਤਾਂ ਤੇ ਆਵਾਜ਼ ਮਾਰੋ ਮੇਰੇ ਭੌਰ ਨੂੰ। ਲਾਹੌਰ ਦਾ ਮੈਂ ਜ਼ਿਕਰ ਤਾਂ ਕੀਤਾ ਕਿਉਂਕਿ ਅੱਜ ਜਿਹੜੀ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ, ਉਹਨਾਂ ਦਾ ਜਿਹੜਾ ਪਿਛੋਕੜ ਹੈ, ਪਿੱਛਾ ਹੈ, ਲਾਹੌਰ ਦੇ ਨਾਲ ਸੰਬੰਧਿਤ ਹੈ। ਭਾਵੇਂ ਕਿ ਉਹਨਾਂ ਦਾ ਜਨਮ ਤੇ ਪਾਲਣ ਪੋਸ਼ਣ ਜਿਹੜਾ ਉਹ ਮਾਲਵੇ ਦੇ ਵਿੱਚ ਹੋਇਆ, ਪਰ ਫਿਰ ਵੀ ਅਸੀਂ ਜੇਕਰ ਗੱਲ ਕਰੀਏ ਉਹਨਾਂ ਦੀ, ਜੇਕਰ ਜਿਹੜੇ ਖੂਨ ਦੇ ਅੰਸ਼ ਨੇ ਉਹ ਲਾਹੌਰ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਰਿਸ਼ਤਾ ਬੜਾ ਗੂੜਾ ਕਰਦੇ ਨੇ। ਮੈਂ ਤੁਹਾਡੇ ਰੂਬਰੂ ਕਰਦੀ ਹਾਂ ਇੱਕ ਅਜਿਹੀ ਸ਼ਖਸੀਅਤ ਨੂੰ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਕਾਫੀ ਸਾਲਾਂ ਤੋਂ ਰਹਿ ਰਹੇ ਨੇ, ਮੇਰੇ ਖਿਆਲ ਲਗਭਗ ਪਿਛਲੇ 10 ਸਾਲਾਂ ਤੋਂ ਰਹਿ ਰਹੇ ਨੇ, ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੱਥੇ ਹੌਲੀ ਹੌਲੀ ਕਰਕੇ ਆਪਣੀਆਂ ਮੰਜ਼ਿਲਾਂ ਨੂੰ ਸਰ ਕਰਨਾ ਸਿੱਖਿਆ ਹੈ, ਉੱਥੇ ਉਹਨਾਂ ਦੇ ਚਿਹਰੇ ਦਾ ਹਾਸਾ ਜਿਹੜਾ ਉਹ ਹਮੇਸ਼ਾ ਬਰਕਰਾਰ ਰਹਿੰਦਾ ਹੈ। ਤੇ ਕਿਵੇਂ ਕਿਹੜੇ ਤਰੀਕੇ ਦੇ ਨਾਲ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ, ਦਰਪੇਸ਼ ਆਉਂਦੀਆਂ ਚੁਣੌਤੀਆਂ ਨੇ, ਉਹਨਾਂ ਨੂੰ ਮਾਤ ਪਾ ਕੇ ਸਫਲਤਾ ਦੇ ਵੱਲ ਆਪਣਾ ਕਦਮ ਵਧਾਉਂਦੇ ਨੇ। ਅੱਜ ਅਸੀਂ ਇਹਨਾਂ ਤੋਂ ਜਾਣਾਂਗੇ। ਰਾਜਵਿੰਦਰ ਕੌਰ ਦਿਓਲ ਇਹਨਾਂ ਦਾ ਨਾਮ ਹੈ, ਤੇ ਟਹਿਣਾ ਪਿੰਡ ਜਿਹੜਾ ਮਾਲਵੇ ਇਲਾਕੇ ਦੇ ਵਿੱਚ, ਸੋ ਉਸ ਦੇ ਬਾਬਤ ਇਹ ਦੱਸਣਗੇ। ਉੱਥੇ ਇਹਨਾਂ ਦੇ ਇਨ-ਲॉज ਨੇ, ਨਿਊਜ਼ੀਲੈਂਡ ਕਾਫੀ ਸਾਲਾਂ ਤੋਂ ਵਸੇ ਹੋਏ ਨੇ। ਸਤਿ ਸ਼੍ਰੀ ਅਕਾਲ ਰਾਜਵਿੰਦਰ ਜੀ, ਕੀ ਹਾਲ ਹੈ? ਬਹੁਤ ਵਧੀਆ, ਸਤਿ ਸ਼੍ਰੀ ਅਕਾਲ ਹਰਜੀਤ। ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ ਹਾਲ ਹੈ ਜੀ, ਤੁਸੀਂ ਦੱਸੋ? ਚੜ੍ਹਦੀ ਕਲਾ। ਬਿਲਕੁਲ ਠੀਕ। ਅੱਛਾ, ਅੱਜ ਕੱਲ੍ਹ ਸਕੂਲਾਂ ਦੀਆਂ ਵੈਸੇ ਛੁੱਟੀਆਂ ਚੱਲ ਰਹੀਆਂ ਨੇ, ਤੁਸੀਂ ਵੀ ਟੀਚਿੰਗ ਦੇ ਕਿੱਤੇ ਨਾਲ ਸੰਬੰਧਿਤ ਹੋ, ਛੋਟੇ ਬੱਚਿਆਂ ਨੂੰ ਕਿੰਡੀ ਦੇ ਵਿੱਚ ਪੜ੍ਹਾਉਂਦੇ ਹੋ? ਹਾਂਜੀ, ਪਰ ਮੇਰੇ ਸਕੂਲ ਦੇ ਵਿੱਚ ਛੁੱਟੀਆਂ ਨਹੀਂ ਹੁੰਦੀਆਂ ਤੇ ਮੈਂ ਆਫ ਵਰਕ ਲਿਆ ਹੋਇਆ ਥੋੜੇ ਦਿਨਾਂ ਵਾਸਤੇ। ਹਾਂਜੀ, ਤੇ ਮੈਂ ਕਿੰਡਰਗਾਰਟਨ ਦੇ ਵਿੱਚ ਜਿਵੇਂ ਅਰਲੀ ਚਾਈਲਡਹੁੱਡ ਟੀਚਰ ਦੀ ਜੌਬ ਕਰਦੀ ਹਾਂ ਇੱਥੇ। ਹਾਂਜੀ, ਠੀਕ। ਕਿੰਨੇ ਕੁ ਸਾਲਾਂ ਤੋਂ ਤੁਸੀਂ ਇਸ ਜੌਬ ਦੇ ਵਿੱਚ? ਮੈਂ 2014 ਤੋਂ ਆ ਕਹਿ ਲਓ। ਠੀਕ, ਹਾਂਜੀ, ਤੇ ਸਟਿਲ ਆਨਗੋਇੰਗ ਹੈ। ਤੁਹਾਨੂੰ ਚੰਗਾ ਲੱਗਦਾ ਬੱਚੇ ਦੇ ਨਾਲ? ਹਾਂਜੀ, ਬੱਚਿਆਂ ਨਾਲ ਕੰਮ ਕਰਨਾ ਬਹੁਤ ਜ਼ਿਆਦਾ ਵਧੀਆ ਹੈ। ਜਿਵੇਂ ਕਹ ਲਓ ਵੀ ਇੱਕ ਕਹਿ ਲਓ ਵੀ ਆਪਣੀ ਪੀਸ ਆਫ ਮਾਈਂਡ ਵੀ ਹੈ, ਤੇ ਆਪਣੀ ਜਿਹੜੀਆਂ ਸਕਿੱਲਸ ਹੁੰਦੀਆਂ ਹੈ ਅੰਦਰ, ਉਹ ਵੀ ਆਪਾਂ ਆਪਣੇ ਉੱਤੇ ਯੂਟਿਲਾਈਜ਼ ਕਰ ਸਕਦੇ ਹਾਂ, ਤੇ ਡਿਫਰੈਂਟ ਚੀਜ਼ਾਂ ਆਪਾਂ ਨੂੰ ਬੱਚਿਆਂ ਤੋਂ ਵੀ ਸਿੱਖਣ ਨੂੰ ਮਿਲਦੀਆਂ ਹੈ। ਪੇਰੈਂਟਸ ਨਾਲ ਕਨੈਕਸ਼ਨ ਹੁੰਦਾ ਆ, ਕਮਿਊਨਿਟੀ ਨਾਲ ਕਨੈਕਸ਼ਨ ਹੁੰਦਾ ਆ ਸਾਡਾ ਬਹੁਤ ਸਟਰੋਂਗ। ਹਾਂਜੀ, ਆਪਣੇ ਕਾਫੀ ਜਿਹੜੇ ਨੇ ਆਪਣੇ ਭਾਈਚਾਰੇ ਦੇ ਹੁਣ ਜਿਹੜੇ ਯੰਗ ਪੇਰੈਂਟਸ ਵੀ ਨੇ, ਉਹਨਾਂ ਦੇ ਜਿਨ੍ਹਾਂ ਦੇ ਬੱਚੇ ਇੱਥੇ ਨੇ, ਸੰਯੁਕਤ ਪਰਿਵਾਰ ਨਹੀਂ ਹੈਗੇ, ਪਰਿਵਾਰ ਪਿੱਛੇ ਨੇ, ਇਕੱਲੇ ਕਪਲਸ ਹੀ ਨੇ, ਸੋ ਉਹਨਾਂ ਨੂੰ ਮੈਨੂੰ ਲੱਗਦਾ ਕਿ ਕਾਫੀ ਉਹ ਹੁਣ ਕਿੰਡੀਜ਼ ਦੇ ਵਿੱਚ ਬੱਚਿਆਂ ਨੂੰ ਭੇਜਦੇ ਨੇ। ਹਾਂਜੀ, ਇਹ ਬਹੁਤ ਵਧੀਆ, ਮਤਲਬ ਇੱਕ ਉਹਨਾਂ ਨੂੰ ਸੋਰਸ ਆਫ ਕਹਿ ਲਓ ਵੀ ਫਰੀडम ਮਿਲਿਆ ਹੋਇਆ ਹੈ ਕਿ ਉਹ ਜੇ ਡਿਊਰਿੰਗ ਇਸ ਟਾਈਮ ਦੇ ਵਿੱਚ ਜਦੋਂ ਕੋਵਿਡ ਦਾ ਟਾਈਮ ਚੱਲ ਰਿਹਾ ਹੈ ਸਪੈਸ਼ਲੀ, ਕਿ ਜਿਹੜੇ ਪੇਰੈਂਟਸ ਅੱਗੇ ਹੁੰਦਾ ਸੀਗਾ, ਇੱਕ ਛੋਟੇ ਬੇਬੀ ਹੁੰਦੇ ਸੀ ਤੇ ਪੇਰੈਂਟਸ ਆ ਜਾਂਦੇ ਸੀਗੇ ਤੇ ਬੱਚੇ ਦੀ ਕੇਅਰ ਜ਼ਿਆਦਾ ਹੋ ਜਾਂਦੀ ਸੀ, ਪਰ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਬੇਬੀਜ਼ ਦੀ ਜਿਹੜੀ ਹੈਗੀ ਆ ਨੰਬਰ ਜਿਹੜਾ ਉਹ ਵਧਿਆ ਆ, ਕਿਉਂਕਿ ਪੇਰੈਂਟਸ ਆ ਨਹੀਂ ਸਕਦੇ। ਇੱਥੋਂ ਦੇ ਜਿਹੜੇ ਮਤਲਬ ਆਪਣੇ ਮਾਂ-ਬਾਪ ਹੁੰਦੇ ਆ ਬੱਚਿਆਂ ਦੇ, ਉਹਨਾਂ ਨੇ ਤਾਂ 3-4 ਮਹੀਨੇ ਬਾਅਦ ਜੌਬ ਤੇ ਜਾਣਾ ਹੀ ਹੁੰਦਾ ਵਾਪਸ। ਬਿਲਕੁਲ, ਮੈਟਰਨਿਟੀ ਲੀਵ ਵੀ ਨਹੀਂ ਮਿਲਦੀ। ਹਾਂਜੀ, ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੇ ਸਕੂਲ ਦੇ ਵਿੱਚ ਬੱਚਾ ਤੁਹਾਨੂੰ ਘਰ ਵਾਲਾ ਮਾਹੌਲ ਹੀ ਮਿਲੇ, ਉਵੇਂ ਉਹਦਾ ਰੂਟੀਨ ਹੋਵੇ, ਉਵੇਂ ਉਹਦੀਆਂ ਜਿਹੜੀਆਂ ਵੀ ਸਕਿੱਲਸ ਜਾਂ ਇੰਟਰਸਟ ਹੈਗੇ ਆ, ਅਸੀਂ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਿਵੇਂ ਵੀ ਕਰ ਸਕਦੇ ਆ, ਉਹਨਾਂ ਨੂੰ ਅੱਗੇ ਐਨਹਾਂਸ ਕਰੀਏ। ਜੀ, ਬਹੁਤ ਵਧੀਆ ਤੁਸੀਂ ਕੰਮ ਕਰਦੇ ਹੋ, ਮੁੱਢ ਬੰਨ੍ਹਦੇ ਹੋ ਬੱਚਿਆਂ ਦਾ ਤੁਸੀਂ। ਹਾਂਜੀ, ਮੈਂ ਵੈਸੇ ਇਸ ਵਿਸ਼ਵਾਸ ਵੀ ਕਰਦੀ ਹਾਂ ਕਿ ਜਿਹੜੇ ਪਹਿਲੇ 5 ਸਾਲ ਹੁੰਦੇ ਆ ਉਹ ਮੋਢੀ ਹੁੰਦੀ ਹੈ, ਨੀਂਹ ਹੁੰਦੀ ਹੈ, ਫਾਊਂਡੇਸ਼ਨ ਈਅਰਸ ਆਪਾਂ ਕਹਿ ਸਕਦੇ ਹਾਂ ਗਰੋਥ ਦੇ, ਲਰਨਿੰਗ ਤੇ ਡਿਵੈਲਪਮੈਂਟ ਦੇ। ਤੇ ਮੈਂ ਆਪਣੇ ਆਪ ਨੂੰ ਪ੍ਰਾਊਡ ਫੀਲ ਵੀ ਕਰਦੀ ਹਾਂ ਕਿ ਮਤਲਬ ਵੀ ਮੈਂ ਇੱਕ ਕੁਛ ਆਪਣਾ ਯੋਗਦਾਨ ਪਾ ਰਹੀ ਹਾਂ ਕਿ ਫਿਊਚਰ ਜਨਰੇਸ਼ਨ ਜਿਹੜੀ ਹੈਗੀ ਆ ਕਿ ਮਤਲਬ ਥੋੜਾ ਜਿਹਾ ਆਪਣੇ ਆਪ ਨੂੰ ਉਸ ਤਰੀਕੇ ਦੇ ਨਾਲ ਲੈ ਕੇ ਜਾ ਸਕੇ ਕਿ ਆਪਣੇ ਰੂਟਸ ਨਾਲ ਵੀ ਜੁੜਨ, ਤੇ ਇੱਥੋਂ ਦੇ ਕਲਚਰ ਨੂੰ ਵੀ ਅਡਾਪਟ ਕਰਨ, ਤੇ ਹੋਰ ਨਵੀਆਂ ਸਕਿੱਲਸ ਸਿੱਖਣ, ਤਾਂ ਕਿ ਉਹ ਇੱਕ ਕੰਪੀਟੈਂਟ ਤੇ ਕੌਨਫੀਡੈਂਟ ਲਰਨਰ ਬਣ ਸਕਣ। ਜੀ,
ਬਹੁਤ ਜ਼ਰੂਰੀ ਹੁੰਦਾ ਹੈ ਆਪਣੀਆਂ ਜੜ੍ਹਾਂ ਦੇ ਨਾਲ ਜੁੜਨਾ ਬੱਚੇ ਦੇ ਲਈ, ਕਿਉਂਕਿ ਜਿਵੇਂ ਇਹਨਾਂ ਨੇ ਕੌਨਫੀਡੈਂਸ ਦੀ ਗੱਲ ਕੀਤੀ ਹੈ ਤੇ ਕੰਪੀਟੈਂਟ ਹੋਣ ਦੀ ਗੱਲ ਕੀਤੀ ਹੈ ਬਾਕੀ ਭਾਈਚਾਰਿਆਂ ਦੇ ਬੱਚਿਆਂ ਦੇ ਨਾਲ। ਸੋ ਆਪਣੀ ਭਾਸ਼ਾ ਦੇ ਨਾਲ ਜੇਕਰ ਅਸੀਂ ਬੱਚੇ ਨੂੰ ਜੋੜਦੇ ਹਾਂ, ਬੱਚੇ ਦਾ ਕੌਨਫੀਡੈਂਸ ਲੈਵਲ ਜਿਹੜਾ ਉਹ ਕਿਸੇ ਵੀ ਭਾਸ਼ਾ ਦੇ ਵਿੱਚ ਗੱਲ ਕਰ ਲਵੇ ਬਹੁਤ ਉੱਪਰ ਹੁੰਦਾ ਹੈ। ਆਮ ਤੌਰ ਤੇ ਜੇਕਰ ਅਸੀਂ ਆਪਣੀ ਮਾਤ ਭਾਸ਼ਾ ਦੇ ਨਾਲੋਂ ਬੱਚੇ ਨੂੰ ਤੋੜ ਦਈਏ ਤੇ ਬਾਕੀ ਹੋਰਨਾਂ ਭਾਸ਼ਾਵਾਂ ਨੂੰ ਸਿਖਾਉਣ ਦੇ ਵਿੱਚ ਅਸੀਂ ਬੱਚਿਆਂ ਦੀ ਦਿਲਚਸਪੀ ਬਣਾਉਣ ਦੀ ਕੋਸ਼ਿਸ਼ ਕਰੀਏ, ਮੇਰੇ ਖਿਆਲ ਹੈ ਕਿ ਉਸ ਦੇ ਵਿੱਚ ਜਿਹੜਾ ਹੈ ਉਹ ਬੱਚਾ ਜਿਹੜਾ ਉਹ ਕਾਫੀ ਕਨਫਿਊਜ਼ ਹੋ ਕੇ ਰਹਿ ਜਾਂਦਾ। ਸੋ ਆਪਣੀ ਮਾਂ ਬੋਲੀ ਦੇ ਵਿੱਚ ਮਹਾਰਤ ਜਿਹੜੀ ਹੈ ਉਹ ਹਾਸਲ ਕਰਨੀ ਬੱਚੇ ਲਈ ਬੇਹੱਦ ਜ਼ਰੂਰੀ ਹੈ। ਰਾਜਵਿੰਦਰ ਜੀ, ਅਸੀਂ ਜ਼ਰੂਰ ਤੁਹਾਨੂੰ ਇਹ ਪੁੱਛਣਾ ਚਾਹਾਂਗੇ, ਕਿੰਨੇ ਕੁ ਸਾਲਾਂ ਤੋਂ ਤੁਸੀਂ ਇਸ ਕਿੱਤੇ ਦੇ ਵਿੱਚੋਂ, ਨਿਊਜ਼ੀਲੈਂਡ ਆਇਆਂ ਨੂੰ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ? ਅਸੀਂ 2012 ਦੇ ਵਿੱਚ ਇੱਥੇ ਆਏ ਸੀ, ਜੁਲਾਈ ਦੇ ਵਿੱਚ। ਅੱਛਾ ਜੀ। ਤੇ ਉਦੋਂ ਮੈਂ ਮਾਸਟਰ ਇਨ ਐਜੂਕੇਸ਼ਨ ਲੀਡਰਸ਼ਿਪ ਚ ਆਈ ਸੀ। ਅੱਛਾ ਜੀ। ਤੇ ਇੰਡੀਆ ਤੋਂ ਵੀ ਮੇਰੀ ਕੁਆਲੀਫਿਕੇਸ਼ਨ ਜਿਵੇਂ 3 ਮਾਸਟਰਸ ਮੈਂ ਕੀਤੀਆਂ ਹੋਈਆਂ ਸੀਗੀਆਂ ਮੇਜਰ ਸਬਜੈਕਟਸ ਦੇ ਵਿੱਚ। ਤੇ ਉੱਥੇ ਮੇਰੀ ਸਾਇੰਸ ਦੇ ਵਿੱਚ, ਕੰਪਿਊਟਰ ਸਾਇੰਸ ਤੇ ਐਜੂਕੇਸ਼ਨ ਦੇ ਵਿੱਚ ਮਾਸਟਰ ਸੀ। ਤਾਂ ਮੈਂ ਇੱਥੇ ਤਾਂ ਦੱਸਣਾ ਚਾਹਾਂਗੀ ਕਿ ਮੈਂ ਭਾਵੇਂ ਮਾਸਟਰ ਕਰਨ ਆਈ ਸੀ, ਪਰ ਇਹ ਕਿੱਤੇ ਦੇ ਵਿੱਚ ਜੌਬ ਮੈਨੂੰ ਨਹੀਂ ਮਿਲੀ ਸੀ। ਇੰਡੀਆ ਦੇ ਵਿੱਚ ਮੈਂ ਓਵਰ ਕੁਆਲੀਫਾਈਡ ਸੀ, ਤਾਂ ਇੱਥੇ ਆ ਕੇ ਮੈਨੂੰ ਅਨਕੁਆਲੀਫਾਈਡ ਦੀ ਜੌਬ ਮਿਲਦੀ ਸੀ ਜੇ ਕਿਤੇ ਮੈਂ ਜਾਂਦੀ ਸੀ ਤਾਂ। ਹਾਂਜੀ, ਤਾਂ ਉਹ ਇੱਕ ਬਹੁਤ ਜ਼ਿਆਦਾ ਸਟਰਗਲਿੰਗ ਪੀਰੀਅਡ ਸੀ ਮੇਰੇ ਵਾਸਤੇ, ਟ੍ਰਾਂਜੀਸ਼ਨਿੰਗ ਪੀਰੀਅਡ ਸੀ ਕਿ ਮੈਂ ਮਾਸਟਰਸ ਕੀਤੀ ਹੋਈ ਆ, AUT ਤੋਂ ਲੈਵਲ 9 ਦਾ ਕੋਰਸ ਕੀਤਾ ਹੋਇਆ, ਇੰਡੀਆ ਤੋਂ ਮੇਰਾ ਐਕਸਪੀਰੀਅੰਸ ਆ, ਤਾਂ ਸਟਿਲ ਮੈਨੂੰ ਅਨਕੁਆਲੀਫਾਈਡ ਟੀਚਰ ਕਿਉਂ ਕਿਹਾ ਜਾਂਦਾ ਆ। ਫਿਰ ਇਧਰੋਂ ਉਧਰੋਂ ਇਨਫੋਰਮੇਸ਼ਨ ਪਤਾ ਕਰਕੇ ਮੈਨੂੰ ਆਪਣੇ ਆਪ ਨੂੰ ਜਾਣਕਾਰੀ ਮਿਲੀ ਕਿ ਮੈਨੂੰ ਇੱਥੋਂ ਦਾ ਲੈਵਲ 7 ਦਾ ਗ੍ਰੈਜੂਏਟ ਡਿਪਲੋਮਾ ਕਰਨਾ ਪੈਣਾ। ਤੇ ਫਿਰ ਮੇਰਾ ਗ੍ਰੈਜੂਏਟ ਡਿਪਲੋਮਾ ਕੀਤਾ ਲੈਵਲ 7, ਉਹ 2014। ਅੱਛਾ, ਲੈਵਲ 9 ਤੋਂ ਬਾਅਦ ਫਿਰ ਤੁਸੀਂ ਲੈਵਲ 7 ਕੀਤਾ? ਹਾਂਜੀ, ਲੈਵਲ 7 ਕੀਤਾ। ਫਿਰ ਤੁਹਾਨੂੰ ਪਤਾ ਆਇਲਸ ਕਰਨਾ ਤੇ ਉਹ ਸਾਰਾ, ਤੇ ਫਿਰ ਮੈਂ ਜਦੋਂ ਮੇਰੀ ਰਜਿਸਟ੍ਰੇਸ਼ਨ ਹੋ ਗਈ ਫਿਰ ਮੈਂ ਕੁਆਲੀਫਾਈਡ ਟੀਚਰ ਹੋਈ ਆ। ਤਾਂ ਉਦੋਂ ਕਹਿ ਲਓ ਕਿ ਮੈਂ 2014 ਦੇ ਵਿੱਚ ਕੋਰਸ ਸਟਾਰਟ ਕੀਤਾ ਸੀਗਾ, ਤੇ ਆਨਗੋਇੰਗ ਪ੍ਰੈਕਟਿਸ ਹੁੰਦੀ ਹੈ ਤੇ ਉਦੋਂ ਵੀ ਸਾਡੀ ਟੀਚਿੰਗ ਸਕਿੱਲਸ ਨਾਲ ਨਾਲ ਡਿਵੈਲਪ ਹੋਣੀਆਂ ਸ਼ੁਰੂ ਹੋ ਜਾਂਦੀਆਂ। ਤਾਂ ਜੇ ਮੈਂ ਮੇਨ ਖਾਵਾਂ ਤਾਂ ਮੈਂ ਕੁਆਲੀਫਾਈਡ ਟੀਚਰ 2015 ਚ ਹੋਈ ਆ, ਪਰ ਉਦੋਂ ਪਹਿਲਾਂ ਮੈਂ ਜਿਵੇਂ ਕੁਝ ਐਕਸਪੀਰੀਅੰਸ ਗੇਨ ਕਰਨ ਵਾਸਤੇ ਵਲੰਟਰਿੰਗ ਜੌਬਸ ਕੀਤੀਆਂ। ਕੁਝ ਆਰਮਸ ਵਾਲਾ ਇੱਕ ਸੈਂਟਰ ਹੁੰਦਾ ਸੀ ਆਕਲੈਂਡ ਰੀਜਨਲ ਮਾਈਗ੍ਰੈਂਟ ਸਰਵਿਸਿਜ਼ ਦਾ ਨਿਊਲੈਂਡ ਦੇ ਵਿੱਚ, ਉੱਥੇ ਮੈਂ ਐਕਸਪੀਰੀਅੰਸ ਗੇਨ ਕਰਨ ਵਾਸਤੇ ਫ੍ਰੀ ਦੀ ਜਿਹੜੀਆਂ ਕਲਾਸਾਂ ਆਪਾਂ ਕਹਿ ਲਓ ਵੀ ਬੱਚਿਆਂ ਨੂੰ ਪੜ੍ਹਾਉਣ ਜਾਂਦੇ ਹੁੰਦੇ ਆ, ਤੇ ਉਹ ਮੈਂ ਜਾਂਦੀ ਸੀਗੀ। ਤੇ ਫਿਰ ਮੈਂ ਗੁਰਦੁਆਰਾ ਸਾਹਿਬ ਆਪਣੇ ਜਿਹੜੇ ਟਾਕਾਨੀਨੀ ਚ ਉੱਥੇ ਵੀ ਜੌਬ ਕੀਤੀ ਆ। ਅੱਛਾ ਜੀ। ਤੇ ਜਦੋਂ ਲੈਵਲ 7 ਦਾ ਕੋਰਸ ਕਰਨਾ ਸੀ ਤੇ ਉਦੋਂ ਫਿਰ ਪੈਸੇ ਚਾਹੀਦੇ ਸੀ। ਬਿਲਕੁਲ। ਹਾਂਜੀ, ਤੇ ਫਿਰ ਮੈਂ ਉਦੋਂ 12 ਘੰਟੇ ਦੀ ਸ਼ਿਫਟ ਕਰਦੀ ਸੀ ਇੰਟਰਵਰਡ ਪਲਾਸਟਿਕ ਫੈਕਟਰੀ ਦੇ ਵਿੱਚ, ਜਿਹੜੀ ਕਿ ਮੇਰੇ ਕਿੱਤੇ ਨਾਲੋਂ ਟੋਟਲੀ ਡਿਫਰੈਂਟ ਸੀ। ਤੇ ਮੈਨੂੰ ਫਰਸਟ੍ਰੇਸ਼ਨ ਵੀ ਸੀ, ਥੋੜੇ ਹੁੰਦਾ ਬੰਦੇ ਨੂੰ, ਆਪਾਂ ਨੂੰ ਵੀ ਮੈਂ ਕੀ ਕਰਨ ਆਇਆ ਸੀ ਤੇ ਮੈਨੂੰ ਕੀ ਕਰਨਾ ਪੈ ਰਿਹਾ ਹਨਾ। ਤੇ ਫਿਰ ਮੈਂ ਰੂਪਾ ਔਰ ਚੈਰੀਟੇਬਲ ਟਰਸਟ ਦੇ ਵਿੱਚ ਵੀ ਥੋੜੀ ਦੇਰ ਕੰਮ ਕੀਤਾ, ਜਾਗਰਤੀ ਵੂਮਨ ਸਪੋਰਟ ਗਰੁੱਪ ਦਾ। ਤੇ ਕਹਿਣ ਦਾ ਭਾਵ ਹੈ ਕਿ ਮੈਂ ਡਾਇਰੈਕਟਲੀ, ਜੇ ਇੰਡੀਆ ਦੇ ਵਿੱਚ ਵੀ ਟੀਚਰ ਸੀਗੀ, ਮੈਂ ਸਾਇੰਸ ਟੀਚਰ ਸੀ ਉੱਥੇ, ਤਾਂ ਮੈਂ ਡਾਇਰੈਕਟਲੀ ਆ ਕੇ ਟੀਚਿੰਗ ਜੌਬ 'ਚ ਨਹੀਂ ਹੈਗੀ। ਮੈਨੂੰ ਥੋੜੇ ਛੋਟੇ ਪੜਾਅ ਦੇ ਵਿੱਚੋਂ ਦੀ ਲੰਘਣਾ ਪਿਆ, ਤੇ ਫਿਰ ਮੇਰੀਆਂ ਸਕਿੱਲਸ ਡਿਵੈਲਪ ਕਰਨੀਆਂ ਪਈਆਂ। ਇੱਥੋਂ ਦੇ ਲੈਵਲ ਦੇ ਸਟੈਂਡਰਡ ਦੇ ਅਕੋਰਡਿੰਗ ਦੀ ਮੈਨੂੰ ਸਟੱਡੀ ਲੈਣੀ ਪਈ, ਤਾਂ ਫਿਰ ਜਾ ਕੇ ਮੈਨੂੰ ਇਹ ਜੌਬ ਮਿਲੀ ਸੀ। ਸੋ ਵਾਕਈ ਜੋ ਅਸੀਂ ਸੋਚ ਕੇ ਆਉਂਦੇ ਆ, ਜਿਹੜੇ ਕਿੱਤੇ ਦੇ ਨਾਲ ਪਿੱਛੋਂ ਅਸੀਂ ਸੰਬੰਧਿਤ ਹੁੰਦੇ ਆ, ਸਾਨੂੰ ਇੱਥੇ ਆ ਕੇ ਵੱਖ-ਵੱਖ ਪੜਾਵਾਂ ਦੇ ਵਿੱਚੋਂ ਗੁਜ਼ਰਨਾ ਹੀ ਪੈਂਦਾ ਹੈ। ਆ ਕੇ ਆਉਂਦਿਆਂ ਸਾਰ ਸਾਨੂੰ ਪਲੇਟ ਦੇ ਵਿੱਚ ਧਰਿਆ ਸਭ ਕੁਝ ਤਾਂ ਕਦੇ ਵੀ ਨਹੀਂ ਮਿਲਦਾ ਹੈ। ਤੁਸੀਂ ਵੀ ਸਹਿਮਤ ਹੋਵੋਗੇ ਮੇਰੇ ਨਾਲ। ਅਗਲੀਆਂ ਗੱਲਾਂ ਦੇ ਜੇਕਰ ਮੈਂ ਗੱਲ ਕਰਾਂ, ਹੁਣ ਅਸੀਂ ਪਿੱਛੇ ਦੀ ਗੱਲ ਕਰ ਰਹੇ ਸੀ, ਆਪਣੇ ਪਿਛੋਕੜ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ। ਆਪਣੀ ਗੱਲਬਾਤ ਚੱਲ ਰਹੀ ਸੀ, ਤੁਸੀਂ ਦੱਸਿਆ ਸੀ ਕਿ ਲਾਹੌਰ ਦੇ ਨਾਲ ਸੰਬੰਧਿਤ ਹੋ ਤੁਸੀਂ, ਉਂਝ ਮਾਲਵੇ ਦਾ ਤੁਹਾਡਾ ਜਨਮ ਹੈ ਤੇ ਪਾਲਣ ਪੋਸ਼ਣ ਵੀ ਉੱਥੇ ਹੋਇਆ, ਵਿਆਹੇ ਵੀ ਉੱਥੇ ਸੁੱਖ ਨਾਲ। ਉਹ ਸਾਰਾ ਕੁਝ ਜਿਹੜਾ ਹੈ, ਤੁਸੀਂ ਜਦੋਂ ਲਾਹੌਰ ਦੇ ਬਾਬਤ ਸੁਣਦੇ ਹੋ, ਪੜ੍ਹਦੇ ਹੋ, ਕੀ ਮਹਿਸੂਸ ਕਰਦੇ ਹੋ? ਤੇ ਜਦੋਂ ਤੁਸੀਂ ਛੋਟੇ ਜਿਹੇ ਹੁੰਦੇ ਸੀ ਉਦੋਂ ਤੁਹਾਨੂੰ ਕਦੇ ਲੱਗਦਾ ਹੁੰਦਾ ਸੀ ਜਾਂ ਘਰ ਦੇ ਵਿੱਚ ਗੱਲਾਂ ਕਰਦੇ ਹੁੰਦੇ ਸੀ ਕਿ ਤੁਹਾਡਾ ਪਿਛੋਕੜ ਲਾਹੌਰ ਦਾ ਹੈ? ਹਾਂਜੀ, ਉਹਦਾ ਹਜੇ ਵੀ ਗੱਲਾਂ ਚੱਲਦੀਆਂ ਹਰਜੀਤ, ਕਿਉਂਕਿ ਪਿਛੋਕੜ ਨੂੰ ਆਪਾਂ ਭੁੱਲ ਨਹੀਂ ਸਕਦੇ ਹਨਾ। ਸਹੀ ਗੱਲ। ਤੇ ਉਹ ਤਾਂ ਹਜੇ ਵੀ, ਜਿਵੇਂ ਤੁਸੀਂ ਮੇਰਾ ਨਾਮ ਦੱਸਿਆ ਰਾਜਵਿੰਦਰ ਕੌਰ ਦਿਓਲ, ਤਾਂ ਇਹ ਜਿਹੜਾ ਇੱਥੇ ਮੈਂ ਕਲੀਅਰ ਕਰ ਦਿੰਦੀ ਹਾਂ ਕਿ ਦਿਓਲ ਮੇਰੇ ਪੇਰੈਂਟਸ ਦਾ ਨਾਮ ਹਾਂਜੀ। ਤੇ ਕਿਉਂਕਿ ਮੇਰੇ ਪੇਰੈਂਟਸ, ਮੇਰੇ ਗ੍ਰੈਂਡ ਪੇਰੈਂਟਸ ਜਿਹੜੇ ਲਾਹੌਰ ਦੇ ਦਿਓ ਕਲਾਂ ਪਿੰਡ ਹੈਗਾ ਸੀ ਉੱਥੇ, ਹੁਣ ਵੀ ਹੈਗਾ, ਤੇ ਉੱਥੋਂ ਬਿਲੋਂਗ ਕਰਦੇ ਸੀ। ਤਾਂ ਉੱਥੋਂ ਇਹਨਾਂ ਦਾ ਮਤਲਬ ਸਰਨੇਮ ਦਿਓਲ ਪਿਆ ਸੀ। ਤਾਂ ਮੈਂ ਆਪਣੇ ਆਪ ਨੂੰ, ਕਿਉਂਕਿ ਕੁੜੀਆਂ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਤੇ ਮੈਂ ਆਪਣੀ ਪੇਰੈਂਟਸ ਦਾ ਨਾਮ ਅੱਗੇ ਰੱਖਦੀ ਹਾਂ ਦਿਓਲ, ਤੇ ਫਿਰ ਰਾਜਵਿੰਦਰ ਕੌਰ ਗਿੱਲ ਜਿਹੜਾ ਮੈਨੂੰ ਸਹੁਰਿਆਂ ਤੋਂ ਸਰਨੇਮ ਮਿਲਿਆ, ਤਾਂ ਬੈਲੈਂਸ ਬਣਿਆ ਰਹਿੰਦਾ ਹੈ ਥੋੜਾ ਜਿਹਾ। ਤੇ ਹਾਂਜੀ, ਜ਼ਰੂਰ ਮੇਰੇ ਡੈਡੀ ਦਾ ਬਰਥ ਵੀ ਕਹਿ ਲਓ ਲਾਹੌਰ ਦਿਓ ਕਲਾਂ ਦਾ ਹੀ ਸੀਗਾ। ਤੇ ਉਹ ਜਦੋਂ ਵੀ ਅਸੀਂ ਮਤਲਬ ਛੋਟੇ ਨਾਨਕੇ ਜਾਂ ਦਾਦਕੇ
ਜਾਂਦੇ ਹੁੰਦੇ ਸੀ। ਮੇਰੇ ਨਾਨਕੇ ਵੀ ਵੈਸੇ ਪਾਕਿਸਤਾਨ ਤੋਂ ਹੀ ਮੂਵ ਹੋਏ ਸੀ। ਠੀਕ। ਹਾਂਜੀ, ਤੇ ਉਹ ਸਾਨੂੰ ਬਹੁਤ ਸਾਰੀਆਂ ਕਹਾਣੀਆਂ ਸੁਣਾਉਂਦੇ ਸੀ, ਕਿਉਂਕਿ ਸਾਡਾ ਉੱਥੇ ਬਹੁਤ ਜ਼ਿਆਦਾ ਵਧੀਆ ਮਤਲਬ ਕਹਿ ਲਓ ਵੀ ਰਾਜਿਆਂ ਵਾਲਾ ਜਿਹੜਾ ਹੁੰਦਾ ਆ। ਅੱਛਾ ਜੀ। ਹਾਂਜੀ, ਖਾਨਦਾਨੀ ਆਪਾਂ ਕਹਿ ਸਕਦੇ ਵੀ, ਠੀਕ, ਘੋੜੇ ਵੀ ਆਪਣੇ ਸੀ, ਘਰੇ ਕੰਮ ਕਰਨ ਵਾਲੇ ਵੀ ਸੀ। ਤੇ ਉਹ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਕਿ ਅਸੀਂ ਇੰਨੇ ਮਤਲਬ ਅਮੀਰ ਘਰਾਣੇ ਨੂੰ ਬਿਲੋਂਗ ਕਰਦੇ ਆ। ਤਾਂ ਉਹ ਪਰ ਜਿਹੜਾ ਉੱਥੋਂ ਸਾਨੂੰ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਜਿਵੇਂ ਤੁਸੀਂ ਕਹਿੰਦੇ ਮੁਸਕਾਨ ਮੂੰਹ ਦੇ ਉੱਪਰ ਰਹਿੰਦੀ ਆ, ਉਹ ਮੁਸ਼ਕਲਾਂ ਸਾਨੂੰ ਉਹਨਾਂ ਤੋਂ ਹੀ ਆ ਮਤਲਬ ਸਿੱਖਿਆ ਮਿਲੀ ਆ ਕਿ ਉਹਨਾਂ ਨੇ ਆਪਣਾ ਸਾਰਾ ਕੁਝ ਦੇਖੋ 1947 ਦੇ ਵਿੱਚ ਉੱਥੇ ਪਿੱਛੇ ਛੱਡ ਆਏ ਸੀਗੇ। ਕੁਝ ਫੈਮਿਲੀ ਮੈਂਬਰਸ ਵੀ ਉੱਥੇ ਰਹਿ ਗਏ ਹੋਣਗੇ ਹਨਾ, ਤਾਂ ਇੱਥੇ ਆ ਕੇ ਫਿਰ ਚੜ੍ਹਦੀ ਕਲਾ 'ਚ ਹੀ ਰਹੇ ਆ। ਉਹਨਾਂ ਨੇ ਆਪਣੀ ਜ਼ੀਰੋ ਤੋਂ ਲਾਈਫ ਸਟਾਰਟ ਕੀਤੀ ਆ ਫਿਰ ਆ ਕੇ ਹਨਾ। ਤਾਂ ਉਵੇਂ ਜਿਵੇਂ ਮੈਂ ਇੱਥੇ ਮੂਵ ਹੋਈ ਆ, ਤਾਂ ਮੈਨੂੰ ਵੀ ਉਹੀ ਕੋਰਿਲੇਟ ਕਰਨਾ ਪੈਂਦਾ ਕਈ ਵਾਰੀ ਕਿ ਜੇ ਮੈਂ ਡਿਪਰੈਸ਼ਨ 'ਚ ਆ ਜਾਂਦੀ ਆ ਜਾਂ ਕੁਝ ਵੀ ਹੁੰਦਾ, ਤੇ ਮੈਨੂੰ ਉਹ ਚੀਜ਼ ਮੋਟੀਵੇਟ ਕਰਦੀ ਹੈ ਕਿ ਮੇਰੇ ਤਾਂ ਇੱਕ ਖੂਨ 'ਚ ਆ ਕਿ ਵਸਣਾ, ਉਜੜਨਾ ਤੇ ਫਿਰ ਵਸਣਾ। ਤੇ ਹੁਣ ਇੱਥੇ ਆ ਕੇ ਵੀ ਇਹ ਚੀਜ਼ ਜਿਹੜੀ ਹੈਗੀ ਆ ਵੀ ਮੈਨੂੰ ਸੋਰਸ ਆਫ ਮੋਟੀਵੇਸ਼ਨ ਕਹਿ ਲਓ, ਤੇ ਚਿਹਰੇ ਤੇ ਚੜ੍ਹਦੀ ਕਲਾ ਵਾਲਾ ਨੂਰ ਰਹਿਣਾ ਕਿ ਜੋ ਹੋ ਗਿਆ ਉਹ ਚੰਗੇ ਵਾਸਤੇ ਹੋਇਆ ਹਨਾ। ਤੇ ਮਾਲਵੇ ਦੇ ਵਿੱਚ ਹਾਂ, ਕਿਉਂਕਿ ਮੇਰਾ ਜਨਮ ਜਿਹੜਾ ਹੈਗਾ ਆ ਉਹ ਰਾਣੀ ਵਾਲਾ ਪਿੰਡ ਆ ਮੁਕਤਸਰ ਸਾਹਿਬ ਦੇ ਵਿੱਚ, ਤੇ ਉੱਥੇ ਹੋਇਆ ਸੀ। ਪਰ ਮੇਰੇ ਡੈਡੀ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦੇ ਸੀ, ਤੇ ਉਹਦੇ ਡੈਡੀ ਦੀ ਜੌਬ ਮੇਰੀ ਫਰੀਦਕੋਟ ਹੁੰਦੀ ਸੀ। ਉਦੋਂ ਜਦੋਂ ਜਨਮ ਵੇਲੇ ਤਾਂ ਫਰੀਦਕੋਟ ਵੀ ਤੇ ਮੁਕਤਸਰ ਦੇ ਵਿੱਚ, ਫਰੀਦਕੋਟ ਮੁਕਤਸਰ ਇੱਕ ਹੀ ਸੀਗਾ। ਉਸ ਤੋਂ ਬਾਅਦ ਇਹ ਜਿਹੜਾ ਮੁਕਤਸਰ ਡਿਸਟ੍ਰਿਕਟ ਅਲੱਗ ਹੋਇਆ ਸੀਗਾ। ਪਹਿਲਾਂ ਫਰੀਦਕੋਟ ਡਿਸਟ੍ਰਿਕਟ ਹੀ ਹੁੰਦਾ ਸੀ ਸਾਰਾ। ਤਾਂ ਡਿਸਟ੍ਰਿਕਟ ਹੈਡਕੁਆਟਰ ਫਰੀਦਕੋਟ ਹੋਣ ਕਰਕੇ ਮੇਰੇ ਡੈਡੀ ਫਰੀਦਕੋਟ ਜੌਬ ਕਰਦੇ ਸੀ, ਤੇ ਫਿਰ ਸਾਡਾ ਘਰ ਜਿਹੜਾ ਸੀਗਾ ਫਰੀਦਕੋਟ ਹੀ ਸੀਗਾ। ਤੇ ਫਿਰ ਕਹਿ ਲਓ ਵੀ ਮੇਰੀ ਪੜ੍ਹਾਈ ਸਾਰੀ ਉੱਥੋਂ ਦੀ ਆ, ਸਕੂਲ ਕਾਲਜ ਯੂਨੀਵਰਸਿਟੀ ਸਾਰਾ ਕੁਝ ਮੇਰੀ ਪਰਵਰਿਸ਼ ਉੱਥੇ ਆ। ਤੇ ਇੱਥੇ ਮੈਂ ਇੱਕ ਹੋਰ ਚੀਜ਼ ਮੈਂਸ਼ਨ ਕਰਨਾ ਚਾਹੂੰਗੀ, ਜਿਹੜੇ ਪਹਿਲੇ 5 ਸਾਲ ਹੁੰਦੇ ਆ ਉਹ ਮੇਰੇ ਨਾਨਕਾ ਪਿੰਡ 'ਚ ਬਤੀਤ ਹੋਏ ਆ। ਅੱਛਾ, ਜਨਮ ਤੁਹਾਡਾ ਨਾਨਕੇ ਘਰ 'ਚ ਹੋਇਆ ਸੀ? ਜਨਮ ਮੇਰਾ ਦਾਦਕੇ ਘਰ 'ਚ ਹੋਇਆ ਸੀ, ਪਰ ਮੇਰਾ ਜਿਵੇਂ ਛੋਟਾ ਬ੍ਰਦਰ ਜਿਵੇਂ ਕਹ ਲਓ ਹੋਣ ਵਾਲਾ ਸੀਗਾ, ਤੇ ਮੈਂ ਨਾਨਕਾ ਪਿੰਡ 'ਚ ਜ਼ਿਆਦਾ ਰਹੀ ਸੀਗੀ। ਠੀਕ, ਤੁਹਾਡੀ ਦੇਖਭਾਲ ਜ਼ਿਆਦਾ ਨਾਨਕਿਆਂ ਦੇ ਵੱਲੋਂ ਹੋਈ। ਕਹਿੰਦੇ ਹੁੰਦੇ ਸੀ ਨਾ ਕਿ ਨਾਨਕੇ ਜਾਵਾਂਗੇ ਤੇ ਮੋਟੇ ਹੋ ਕੇ ਆਵਾਂਗੇ, ਲੱਡੂ ਪੇੜੇ ਖਾਵਾਂਗੇ, ਕੁਝ ਏਦਾਂ ਬੋਲੀ ਵੀ ਏਦਾਂ ਹੀ ਹੁੰਦਾ ਸੀਗਾ ਜੀ। ਹੁਣ ਜੇ ਗੱਲਾਂ ਆਪਾਂ ਸੋਚਦੇ ਆ ਤਾਂ ਇਹ ਹੁੰਦਾ ਸੀ ਨਾਨੀ ਕੋਲੇ ਜਾਣਾ ਛੁੱਟੀਆਂ 'ਚ, ਤੇ ਉਹਨਾਂ ਨੇ ਜਿਵੇਂ ਕੋਈ ਵਿਆਹ ਹੋਇਆ ਹੋਣਾ ਤੇ ਪਤਾਸੇ ਨਹੀਂ ਹੁੰਦੇ ਸੀ, ਗੋਲ ਪਤਾਸੇ ਹਨਾ, ਉਹ ਪੀਪੇ 'ਚ ਪਾ ਕੇ ਰੱਖਦੇ ਨੇ ਵੀ ਹੁਣ ਮੇਰੇ ਦੋਤੇ ਦੋਤੀਆਂ ਨੇ ਆਉਣਾ ਆ ਤੇ ਹੁਣ ਮੈਂ ਉਹਨਾਂ ਨੂੰ ਉਹ ਚੀਜ਼ਾਂ ਦੇਣੀਆਂ ਆ। ਤੇ ਉਹ ਮੇਰਾ ਪਿੰਡ ਹੈਗਾ ਨਾਨਕਿਆਂ ਦਾ ਫਰੀਦ ਸਰਾਏ, ਦੁਨੀਆ ਖਾਸ ਦੇ ਕੋਲੇ ਆ। ਤੇ ਮੇਰੀ ਫਾਊਂਡੇਸ਼ਨ ਆਫ ਲਰਨਿੰਗ ਤੇ ਜਿਹੜੀ ਸੋਸ਼ਲ ਸਕਿੱਲਸ ਜ਼ਿਆਦਾਤਰ ਮੇਰੀਆਂ ਉੱਥੋਂ ਹੀ ਡਿਵੈਲਪ ਹੋਈਆਂ ਆ। ਜਿਵੇਂ ਅੱਜ ਦੇ ਬੱਚਿਆਂ ਦਾ ਜਿਹੜਾ ਕਿੰਡਰਗਾਰਟਨ ਵਾਲਾ ਪੀਰੀਅਡ ਹੈ, ਤੁਹਾਡਾ ਨਾਨਕੇ ਪਿੰਡ 'ਚ ਹੋਇਆ ਸੀ। ਹਾਂਜੀ, ਤੇ ਨਾਨੀਆਂ ਦੀ ਜੇ ਮੈਂ ਗੱਲ ਕਰਾਂ, ਮੈਂ ਮਾਫ ਕਰਨਾ ਮੈਂ ਤੁਹਾਨੂੰ ਕੱਟਿਆ, ਆਪਣੇ ਜਿਹੜੇ ਦਾਦੇ ਦਾਦੀਆਂ ਹੁੰਦੇ ਨੇ, ਦੇਖੋ ਪੋਤੇ ਪੋਤੀਆਂ ਦਾ ਮੋਹ ਜ਼ਰੂਰ ਆਉਂਦਾ, ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ, ਪਰ ਨਾਨੀਆਂ ਦਾ ਇੱਕ ਖਾਸ ਰਿਸ਼ਤਾ, ਇੱਕ ਖਾਸ ਲਗਾਵ ਜਿਹੜਾ ਆਪਣੇ ਦੋਤੇ ਦੋਤੀਆਂ ਦੇ ਨਾਲ ਵੀ ਹੁੰਦਾ ਹੈ, ਕਿਉਂਕਿ ਦੋਤੇ ਦੋਤੀਆਂ ਜ਼ਿਆਦਾਤਰ ਜਿਹੜੇ ਨੇ ਉਹ ਨਾਨੀਆਂ ਦੇ ਨਾਲ ਘੱਟ ਰਹਿੰਦੇ ਨੇ, ਕਿਉਂਕਿ ਉਹ ਨਾਨਕੇ ਪਿੰਡ ਫਿਰ ਛੁੱਟੀਆਂ 'ਚ ਹੀ ਜਾਂਦੇ ਨੇ, ਤੇ ਉਹ ਨਾਨੀਆਂ ਦਾ ਇੱਕ ਬੜਾ ਗਹਿਰਾ ਜਿਹਾ ਰਿਸ਼ਤਾ, ਬੜੀ ਖਿੱਚ ਰਹਿੰਦੀ ਹੈ ਉਹਨਾਂ ਨੂੰ ਆਪਣੀ ਧੀ ਦੇ ਜਿਹੜੇ ਅੱਗੋਂ ਅੰਸ਼ ਨੇ ਉਹਨਾਂ ਦੇ ਨਾਲ ਸਮਾਂ ਬਿਤਾਉਣ ਦੀ। ਤੁਸੀਂ ਰਾਜਿੰਦਰ ਜਿਵੇਂ ਸਾਰੀਆਂ ਗੱਲਾਂ ਦੱਸੀਆਂ, ਫਿਰ ਤੁਹਾਡਾ ਜਦੋਂ ਵਿਆਹ ਹੋ ਗਿਆ ਸੀ, ਕਿੰਨੇ ਸਾਲ ਤੁਸੀਂ ਇੰਡੀਆ ਰਹੇ ਤੇ ਫਿਰ ਕਦੋਂ ਤੁਸੀਂ ਇੱਥੇ ਆਏ? ਮੈਰਿਜ ਸਾਡੀ 2009 ਦੇ ਵਿੱਚ ਹੋਈ ਸੀ। ਤੇ ਮੈਂ ਉੱਥੇ ਗਵਰਨਮੈਂਟ ਜੌਬ ਕਰਦੀ ਸੀ। ਮੈਰਿਜ ਤੋਂ ਬਾਅਦ ਮੈਨੂੰ ਗਵਰਨਮੈਂਟ ਜੌਬ ਮਿਲ ਗਈ ਸੀ ਸਾਇੰਸ ਟੀਚਰ ਦੀ। ਅੱਛਾ ਜੀ, ਲੱਕੀ ਰਿਹਾ ਵਿਆਹ। ਹਾਂਜੀ, ਬਹੁਤ 1 ਮਹੀਨੇ ਬਾਅਦ ਹੀ ਮੈਨੂੰ ਜਿਵੇਂ ਕਹ ਲਓ ਗਵਰਨਮੈਂਟ ਜੌਬ ਮਿਲ ਗਈ ਸੀ। ਕੀ ਬਾਤ। ਤੇ ਫਿਰ ਸਾਡੀ ਲਾਈਫ ਵਧੀਆ ਸੀਗੀ, ਅਵਤਾਰ ਵੀ ਵਧੀਆ ਜੌਬ ਕਰਦੇ ਸੀ, ਤੇ ਮੈਂ ਵੀ, ਸਾਡਾ ਪਲਾਨ ਇੰਨਾ ਹੈ ਨਹੀਂ ਸੀਗਾ ਸਟਾਰਟਿੰਗ ਦੇ ਵਿੱਚ ਕਿ ਅਸੀਂ ਬਾਹਰ ਜਾਣਾ ਆ। ਪਰ ਜਿਵੇਂ ਕਹ ਲਓ ਕਿ ਮੇਰੇ ਜਿਹੜੇ ਪੜ੍ਹਾਏ ਹੋਏ ਸਟੂਡੈਂਟ ਸੀਗੇ, ਮੈਂ ਉੱਥੇ ਬਾਬਾ ਫਰੀਦ ਪਬਲਿਕ ਸਕੂਲ ਆ ਫਰੀਦਕੋਟ ਦੇ ਵਿੱਚ, ਉੱਥੇ ਮੈਂ 7-8 ਸਾਲ ਸਾਇੰਸ ਟੀਚਰ ਦੀ ਜੌਬ ਕੀਤੀ ਸੀ। ਤਾਂ ਉੱਥੇ ਦੇ ਪੜ੍ਹਾਏ ਹੋਏ ਬੱਚੇ ਜਿਹੜੇ ਸੀਗੇ ਉਹ ਸਾਡੇ ਪਿੰਡ ਦੇ ਵੀ ਸੀਗੇ, ਕੁਝ ਟੈਨੀ ਪਿੰਡ ਦੇ ਵੀ ਸੀ। ਉਹ ਜਦੋਂ ਵੀ ਉਹਨਾਂ ਦਾ ਕਿਸੇ ਦਾ ਵੀਜ਼ਾ ਲੱਗਣਾ ਤੇ ਉਹਨਾਂ ਨੇ ਮੈਨੂੰ ਮਿਲਣ ਆਉਣਾ ਕਿ ਮੈਡਮ ਮੈਂ ਤਾਂ ਫਲਾਣੇ ਕੰਟਰੀ 'ਚ ਚੱਲਿਆ ਆ। ਤਾਂ ਮੈਨੂੰ ਵੀ ਥੋੜਾ ਜਿਹਾ ਪ੍ਰਾਊਡ ਵੀ ਫੀਲ ਹੋਣਾ ਕਿ ਹਾਂ ਚਲੋ ਬੱਚੇ ਪੜ੍ਹ ਲਿਖ ਕੇ ਕਿਤੇ ਵਧੀਆ ਕੰਟਰੀ 'ਚ ਜਾ ਰਹੇ ਆ। ਕੁਝ ਮੇਰੇ ਸਟੂਡੈਂਟਸ ਆਲਰੇਡੀ ਬਾਹਰ ਸੀਗੇ ਤੇ ਉਹ ਫੋਨ ਕੰਟੈਕਟ ਤੇ ਸੀਗੇ ਮੇਰੇ ਨਾਲ, ਤੇ ਉਹਨਾਂ ਨੇ ਮੈਨੂੰ ਕਹਿਣਾ ਮੈਡਮ ਤੁਸੀਂ ਨਾ ਇੱਥੇ ਜਿੰਨੀਆਂ ਤੁਹਾਡੇ ਸਕਿੱਲਸ ਹੈਗੀਆਂ ਜਾਂ ਕੁਝ ਵੀ ਆ, ਤੁਸੀਂ ਐਵੇਂ ਹੀ ਇੱਥੇ ਗਵਰਨਮੈਂਟ ਜੌਬ ਤੇ ਬੈਠੇ ਆ, ਤੁਸੀਂ ਬਾਹਰ ਆ ਕੇ ਦੇਖੋ ਇੱਕ ਵਾਰੀ। ਤਾਂ ਜਿਵੇਂ ਕਹ ਲਓ ਵੀ ਇੱਕ ਸੋਰਸ ਆਫ ਮੋਟੀਵੇਸ਼ਨ ਜਾਂ ਹੋਣਾ ਵੀ ਜੇ ਆਪਦੇ ਪੜ੍ਹਾਏ ਹੋਏ ਬੱਚੇ ਜਾ ਕੇ ਬਾਹਰ ਜਾ ਰਹੇ ਆ ਜਾਂ ਉਹ ਸਾਨੂੰ ਮੋਟੀਵੇਟ ਕਰ ਰਹੇ ਆ, ਐਨਕਰੇਜ ਕਰ ਰਹੇ ਆ, ਤਾਂ ਇੱਕ ਵਾਰੀ ਟਰਾਈ ਕਰਨਾ ਚਾਹੀਦਾ ਹੈ ਨਾ। ਤਾਂ ਅਸੀਂ ਐਵੇਂ ਬੈਠੇ ਬਿਠਾਏ ਨੇ, ਚਲੋ ਵੀ ਕਿਹੜੇ ਕੰਟਰੀ ਦਾ ਕਰੀਏ, ਇਹਦਾ ਕਰੀਏ, ਉਹਦਾ ਕਰੀਏ। ਤੇ ਫਿਰ ਅਸੀਂ ਨਿਊਜ਼ੀਲੈਂਡ ਨੂੰ ਚੂਜ਼ ਕੀਤਾ ਕਿਉਂਕਿ ਅਸੀਂ ਲਾਈਫ ਸਟਾਈਲ 'ਚ ਆਪਣਾ ਬੈਟਰ ਵੇਖਣਾ ਚਾਹੁੰਦੇ ਸੀ। ਤੇ ਅਸੀਂ ਨਿਊਜ਼ੀਲੈਂਡ ਨੂੰ ਫਿਰ ਅਪਲਾਈ ਕੀਤਾ ਤੇ ਸਾਡਾ ਵੀਜ਼ਾ ਲੱਗ ਗਿਆ। ਫਿਰ ਅਸੀਂ
ਇੱਥੇ ਤੁਸੀਂ ਆ ਪੁਆਇੰਟ ਗਏ। ਸਿਸਟਮ ਤੇ ਆਏ ਸੀ ਉਦੋਂ ਜਾਂ ਇੱਕ ਜਣਾ ਪੜ੍ਹਾਈ ਲੈ ਕੇ ਨਹੀਂ, main? ਮੈਂ ਸਟੱਡੀ ਲੈ ਕੇ ਆਈ ਸੀ। ਅੱਛਾ, ਤੁਸੀਂ ਮੇਨ ਐਪਲੀਕੈਂਟ ਸੀ ਹਾਂਜੀ। ਜੀ। ਉਦੋਂ ਇੰਨਾ ਸਾਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਕਿ ਅਸੀਂ ਪੁਆਇੰਟ ਸਿਸਟਮ ਤੇ ਵੀ ਆ ਸਕਦੇ ਆ, ਜੀ, ਤੇ ਜੇ ਜੀ। ਗਾਈਡੈਂਸ ਹੁੰਦੀ ਜਿਵੇਂ ਤੁਹਾਡੀ ਕੁਆਲੀਫਿਕੇਸ਼ਨ ਸੀ ਉੱਥੋਂ। ਹਾਂਜੀ ਜੀ ਉੱਥੋਂ ਵਾਕਈ ਸਾਨੂੰ ਘੱਟ ਜਣੇ ਹੁੰਦੇ ਨੇ ਜਿਹੜੇ ਗਾਈਡ ਕਰਦੇ ਨੇ। ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਤੁਸੀਂ ਉੱਥੋਂ ਇੱਕ ਬੜਾ ਵਧੀਆ ਲਾਈਫਸਟਾਈਲ ਛੱਡ ਕੇ ਆਏ ਹੋ, ਇੱਥੇ ਆ ਕੇ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਦਰਪੇਸ਼ ਆਉਂਦੀਆਂ ਨੇ, ਚੁਣੌਤੀਆਂ ਆਉਂਦੀਆਂ ਨੇ, ਅਸੀਂ ਘਬਰਾ ਜਾਂਦੇ ਹਾਂ। ਕਦੇ ਮਹਿਸੂਸ ਹੋਇਆ ਤੁਹਾਨੂੰ ਕਿ ਮੈਂ ਉੱਥੇ ਸਰਕਾਰੀ ਨੌਕਰੀ ਸੀ, ਐਸ਼ ਕਰਦੇ ਸੀ, ਜਿਵੇਂ ਉੱਥੇ ਘਰਾਂ ਦੇ ਵਿੱਚ ਕੰਮ ਕਰਨ ਲਈ ਵੀ ਤੁਹਾਨੂੰ ਆਪ ਜ਼ਿਆਦਾ ਕੰਮ ਹੱਥੀਂ ਨਹੀਂ ਕਰਨੇ ਪੈਂਦੇ, ਸੋ ਇੱਥੇ ਤੁਸੀਂ ਨਿੱਕੇ ਨਿੱਕੇ ਕੰਮ ਫਿਰ ਤੁਹਾਨੂੰ ਆਪ ਕਰਨੇ ਪੈਂਦੇ ਨੇ। ਕਦੇ ਤੁਸੀਂ ਫੀਲ ਕੀਤਾ ਸੀ ਜਾਂ ਤੁਹਾਨੂੰ ਬਸ ਇੱਕ ਜਜ਼ਬਾ ਸੀ ਕਿ ਹਾਂ ਹੁਣ ਆਇਆ ਤੇ ਸੈਟਲ ਹੋਣਾ ਹੈ? ਨਹੀਂ, ਮੈਂ ਬਹੁਤ ਜ਼ਿਆਦਾ ਫੀਲ ਕੀਤਾ ਸੀ। ਅੱਛਾ। ਮੈਂ ਕਹਿ ਲਓ ਕਿ ਜਿੰਨੀ ਦੇਰ ਤੱਕ ਮੈਨੂੰ ਇਹ ਲੈਵਲ 7 ਕਰਨ ਤੋਂ ਬਾਅਦ ਟੀਚਿੰਗ ਦੀ ਜੌਬ ਨਹੀਂ ਮਿਲ ਗਈ, ਜੀ। ਤਾਂ ਮੈਂ ਕਹਿ ਲਓ ਹਰ ਰੋਜ਼ ਟਿਕਟਸ ਦੇਖਦੀ ਹੁੰਦੀ ਸੀਗੀ ਅੱਛਾ, ਇੰਡੀਆ ਨੂੰ ਜਾਣ ਇੰਡੀਆ ਨੂੰ ਜਾਣ ਅੱਛਾ। ਵਾਸਤੇ ਵੀ ਮੈਂ ਨਹੀਂ ਇੱਥੇ ਰਹਿਣਾ, ਜੀ। ਕਿਉਂਕਿ ਉੱਥੇ ਸੋਸ਼ਲ ਸਰਕਲ ਬਹੁਤ ਵਧੀਆ ਸੀ ਮੇਰਾ, ਤੇ ਮੈਂ ਇੱਕ ਸੋਸ਼ਲ ਪਰਸਨ ਆ, ਕਹਿ ਲਓ ਵੀ ਮੈਂ ਇਕੱਲੀ ਨਹੀਂ ਰਹਿ ਸਕਦੀ, ਹਨਾ। ਜੀ। ਤੇ ਸਟਾਰਟਿੰਗ ਚ ਆ ਕੇ ਆਪਾਂ ਨੂੰ ਰਿਲੇਸ਼ਨਸ਼ਿਪ ਬਿਲਡ ਕਰਨਾ ਪੈਂਦਾ ਆ, ਆਪਣੀ ਲਾਈਫ ਜ਼ੀਰੋ ਤੋਂ ਸਟਾਰਟ ਕਰਨੀ ਪੈਂਦੀ ਆ। ਬਿਨਾਂ ਸ਼ੱਕ, ਜੀ। ਔਰ ਮੋਰ ਓਵਰ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਅਨਕੁਆਲੀਫਾਈਡ ਦਾ ਟੈਗ ਮਿਲ ਰਿਹਾ ਸੀਗਾ ਇੰਨੀ ਕੁਆਲੀਫਿਕੇਸ਼ਨ ਹੋਣ ਦੇ ਬਾਵਜੂਦ, ਹਨਾ। ਜੀ, ਤਾਂ ਜੀ। ਉਹ ਚੀਜ਼ਾਂ ਨੇ ਮੈਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਚ ਭੇਜ ਦਿੱਤਾ ਸੀਗਾ। ਹਮ। ਤੇ ਪਰ ਮੈਂ ਫਿਰ ਜਦੋਂ ਇੱਕ ਵਾਰ ਡਿਸਾਈਡ ਕਰ ਲਿਆ ਕਿ ਮੈਂ ਹੁਣ ਲੈਵਲ 7 ਕਰਨਾ, ਤਾਂ ਉਸ ਤੋਂ ਬਾਅਦ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਤੇ ਉਹ ਚੜ੍ਹਦੀ ਕਲਾ ਵਾਲਾ ਕਹਿ ਲਓ ਮੋੜ ਉਦੋਂ ਸ਼ੁਰੂ ਹੋ ਗਿਆ ਜੀ। ਕਿ ਹੁਣ ਜੇ ਕਰਨਾ ਹੈ ਤਾਂ ਇੱਥੇ ਆਏ ਆ, ਤਾਂ ਕਿਉਂਕਿ ਜੇ ਅਸੀਂ ਕੰਪੈਰੀਜ਼ਨ ਕਰਦੇ ਸੀਗੇ ਕਿ ਅਸੀਂ ਹੁਣ ਇੱਥੇ ਆ ਗਏ ਆ, ਫਿਰ ਹੁਣ ਵਾਪਸ ਜਾਵਾਂਗੇ ਤਾਂ ਉੱਥੋਂ ਦੀ ਲਾਈਫ ਕਿਵੇਂ ਦੀ ਹੋਗੀ, ਜੌਬ ਛੱਡ ਕੇ ਆ ਗਏ ਆ, ਹੁਣ ਜੌਬ ਦੁਬਾਰਾ ਨਹੀਂ ਮਿਲਣੀ, ਬਹੁਤ ਕੁਝ ਆਪਾਂ ਨੂੰ ਸੋਚਣਾ ਪੈਂਦਾ। ਜੀ। ਘਰਦਿਆਂ ਨੇ ਇੰਨੇ ਪੈਸੇ ਲਾ ਕੇ ਆਪਾਂ ਨੂੰ ਇੱਥੇ ਭੇਜਿਆ ਆ, ਉਹ ਕਿਵੇਂ ਆਪਾਂ ਉਹਨਾਂ ਨੂੰ ਕਰ ਸਕਦੇ ਆ ਨਾ, ਕੰਪਨਸੇਟ ਕਰਨਾ ਪੈਂਦਾ, ਬਹੁਤ ਕੁਝ ਦੇਖਣਾ ਪੈਂਦਾ। ਤੇ ਫਿਰ ਕਰ ਕਰਾ ਕੇ ਬਸ ਵੀ ਜਦੋਂ ਲੈਵਲ 7 ਕਰ ਲਿਆ, ਉਹ ਕਹਿ ਲਓ ਕਿ ਮੈਨੂੰ ਇੱਕ ਅੰਦਰੋਂ ਸੈਲਫ ਕੌਨਫੀਡੈਂਸ, ਸੈਲਫ ਮੋਟੀਵੇਸ਼ਨ ਤੇ ਜਿਹੜਾ ਕੁਝ ਮੈਨੂੰ ਚਾਹੀਦਾ ਸੀਗਾ, ਜਿਵੇਂ ਤੁਸੀਂ ਨਿੱਕੇ ਨਿੱਕੇ ਬੱਚਿਆਂ ਨਾਲ ਕੰਮ ਕਰਨਾ, ਉਹਨਾਂ ਦੇ ਸਕਿੱਲਸ ਡਿਵੈਲਪ ਕਰਨੀ ਤੇ ਆਪਣੀਆਂ ਸਕਿੱਲਸ ਵੀ ਡਿਵੈਲਪ ਕਰਨੀਆਂ ਉਹਨਾਂ ਦੇ ਨਾਲ, ਤਾਂ ਉਹ ਮੈਨੂੰ ਫਿਰ ਉਹ ਤੋਂ ਬਾਅਦ ਕਹਿ ਲਓ ਵੀ ਲਾਈਫ ਥੋੜੀ ਜਿਹੀ ਟਰੈਕ ਤੇ ਆਣੀ ਸ਼ੁਰੂ ਹੋ ਗਈ ਸੀ। ਜੀ। ਵੈਸੇ ਵੀ ਸਮਾਂ ਕਹਿੰਦੇ ਕਿ ਜੇ ਤੁਸੀਂ ਪੋਜ਼ਿਟਿਵ ਸੋਚਣਾ ਸ਼ੁਰੂ ਕਰ ਲੈਂਦੇ ਹੋ ਤੇ ਸੁਖਾਲਾ ਲੰਘ ਜਾਂਦਾ ਹੈ। ਹਰ ਮੁਲਕ ਦੇ ਆਪਣੇ ਆਪਣੇ ਰੂਲ ਹੁੰਦੇ ਨੇ, ਤੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਨੇ ਰੂਲ ਕਿ ਸਾਨੂੰ ਰਜਿਸਟ੍ਰੇਸ਼ਨ ਆਪਣੀ ਕਰਵਾ ਕੇ, ਜਿਵੇਂ ਇਹਨਾਂ ਨੇ ਦੱਸਿਆ ਕਿ ਅਨਕੁਆਲੀਫਾਈਡ, ਕਿਉਂਕਿ ਰਜਿਸਟ੍ਰੇਸ਼ਨ ਨਹੀਂ ਸੀ ਹੋਈ, ਭਾਵੇਂ ਕਿ ਇੰਨਾ ਜ਼ਿਆਦਾ ਪੜ੍ਹ ਲਿਖ ਕੇ ਅਸੀਂ ਉੱਥੋਂ ਆਏ ਸੀ। ਸੋ ਇੱਥੇ ਆ ਕੇ ਇੱਥੋਂ ਦਾ ਲਾਈਫ ਸਟਾਈਲ ਜਿਹੜਾ ਸਾਨੂੰ ਥੋੜੀ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ, ਪਰ ਇੱਥੋਂ ਦੇ ਸਿਸਟਮ ਦੇ ਵਿੱਚ ਜਦੋਂ ਅਸੀਂ ਥੋੜੇ ਸਾਲ ਰਹਿ ਲੈਂਦੇ ਹਾਂ ਤੇ ਫਿਰ ਸਾਨੂੰ ਮਹਿਸੂਸ ਹੁੰਦਾ ਕਿ ਜੇਕਰ ਹੁਣ ਇੰਨੇ ਸਾਲਾਂ ਬਾਅਦ ਅਸੀਂ ਜਾ ਕੇ ਉੱਥੇ ਭਾਰਤ ਦੇ ਵਿੱਚ ਵਸਦੇ ਹਾਂ, ਤੁਸੀਂ ਵੀ ਬਹੁਤ ਜ਼ਿਆਦਾ ਹੱਦ ਤੱਕ ਮੇਰੇ ਨਾਲ ਸਹਿਮਤ ਹੋਵੋਗੇ ਕਿ ਸਾਨੂੰ ਬਹੁਤ ਔਖਾ ਲੱਗੇਗਾ ਹੁਣ ਜਾ ਕੇ ਜੇਕਰ ਸਾਨੂੰ ਉੱਥੋਂ ਦੇ ਸਿਸਟਮਸ ਦੇ ਵਿੱਚ ਵਸਣਾ ਪਏ। ਰਾਜਵਿੰਦਰ, ਤੁਹਾਡੇ ਮੈਂ ਦੇਖਿਆ ਕੱਲ ਤੁਹਾਡੇ ਨਾਲ ਮੁਲਾਕਾਤ ਹੋਈ, ਤੁਹਾਡੇ ਘਰ ਜਦੋਂ ਅਸੀਂ ਗਏ, ਤੁਸੀਂ ਕਾਫੀ ਸ਼ੌਂਕ ਰੱਖਦੇ ਹੋ, ਹੱਥੀਂ ਕਿਰਤ ਕਰਨਾ, ਨਿੱਕੇ ਨਿੱਕੇ ਕੰਮ ਕਰਦੇ ਹੋ। ਕੀ ਸ਼ੌਂਕ ਨੇ ਤੁਹਾਡੇ? ਮੈਂ ਜ਼ਰੂਰ ਚਾਹਾਂਗੀ ਸਾਡੇ ਵਿਊਅਰਸ ਦੇ ਨਾਲ ਸਾਂਝੇ ਕਰੋ। ਹਰਜੀਤ, ਮੇਰੇ ਸਾਰੇ ਹੀ ਕੰਮ ਕਰਨ ਦੇ ਸ਼ੌਂਕ ਆ। ਅੱਛਾ। ਵੀ ਮੈਨੂੰ ਹੁੰਦਾ ਕਿ ਜਿਹੜਾ ਵੀ ਕੰਮ ਹੈਗਾ ਵੀ ਉਹ ਲਗਨ ਨਾਲ ਕਰਾਂ, ਤੇ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਮਿਲ ਸਕੇ, ਤੇ ਜੋ ਵੀ ਕੰਮ ਮਤਲਬ ਮੈਂ ਕਰ ਸਕਦੀ ਹਾਂ ਆਪਣੇ ਹੱਥਾਂ ਨਾਲ ਉਹ ਕਰਾਂ। ਇਹ ਸ਼ੁਰੂ ਤੋਂ ਹੀ ਆ, ਬਚਪਨ ਤੋਂ ਹੀ ਆ। ਜਿਵੇਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ, ਨਾਨਕੇ ਪਿੰਡ ਰਹਿੰਦੀ ਸੀਗੀ, ਤੇ ਮਾਮੀਆਂ ਮਾਸੀਆਂ ਮੇਰੀਆਂ ਕਸੀਦਾ ਕੱਢਦੀਆਂ, ਚਰਖਾ ਕੱਤਦੀਆਂ, ਹਨਾ। ਤਾਂ ਮੈਨੂੰ ਉਹਨਾਂ ਤੋਂ ਵੀ ਇਹ ਸ਼ੌਂਕ ਪੈਦਾ ਹੋ ਗਿਆ ਸੀਗਾ ਕਿ ਕੰਮ ਕਰਨ ਦਾ। ਬਾਕੀ ਮੈਂ ਇੱਕ ਚੀਜ਼ ਹੋਰ ਜਿਹੜੀ ਮੈਂ ਅੱਜ ਰਸਤੇ ਚ ਆਉਂਦੇ ਆਉਂਦੇ ਸੋਚ ਰਹੀ ਸੀਗੀ ਕਿ ਕਿੱਥੋਂ ਸ਼ੁਰੂ ਹੋਇਆ ਸੀ, ਤਾਂ ਮੈਂ ਜਿਵੇਂ ਗਰਮੀ ਦੀਆਂ ਛੁੱਟੀਆਂ 'ਚ ਨਾਨਕੇ ਜਾਂਦੀ ਸੀਗੀ, ਤਾਂ ਇੱਕ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਪੜ੍ਹੀ ਲਿਖੀ ਕੁੜੀ ਆ ਗਈ ਸੀ ਜਿਹਦੀ ਬੈਚਲਰ ਕੀਤੀ ਹੋਈ ਸੀਗੀ ਮਾਮੀ ਦੇ ਤੌਰ ਤੇ, ਜਾਂ ਕਹਿ ਲਓ ਕਿਵੇਂ ਸੀ। ਤਾਂ ਉਹਨਾਂ ਨੇ ਇਹ ਕਹਿਣਾ ਕਿ ਇਹ ਤਾਂ ਪੜ੍ਹੀ ਲਿਖੀ ਆ, ਇਹਨੂੰ ਤਾਂ ਘਰ ਦਾ ਕੰਮ ਨਹੀਂ ਆਉਂਦਾ, ਇਹ ਕਾਲਜ ਪੜ੍ਹਦੀ ਰਹੀ ਹੈ, ਯੂਨੀਵਰਸਿਟੀ ਪੜ੍ਹਦੀ ਰਹੀ ਹੈ। ਤੇ ਮੇਰੀ ਨਾਨੀ ਨੇ ਮੈਨੂੰ ਤੇ ਮੇਰੀ ਮੰਮੀ ਨੂੰ ਥੋੜੀ ਜਿਹੀ ਹਦਾਇਤ ਦਿੱਤੀ ਵੀ ਕੁੜੀ ਨੂੰ ਜਿੰਨਾ ਮਰਜ਼ੀ ਪੜ੍ਹਾ ਲਾ, ਪਰ ਰੋਟੀ ਟੁੱਕ ਜ਼ਰੂਰ ਆਉਣਾ ਚਾਹੀਦਾ। ਹਾਂਜੀ, ਠੀਕ ਹੈ, 100% ਦੀ ਗੱਲ ਹੈ। ਹਾਂਜੀ ਹਾਂ। ਤੇ ਉੱਥੋਂ ਇੱਕ ਜਿਵੇਂ ਕਹਿ ਲਓ ਵੀ ਨਾਨੀ ਕੋਲ ਰਹਿਣਾ, ਫਿਰ ਨਾਨੀ ਨੇ ਮੈਨੂੰ ਆਟਾ ਗੁੰਨਣਾ ਕਿਵੇਂ ਕਰਨਾ, ਪਰਾਤ ਸਾਫ਼ ਹੋਣੀ ਚਾਹੀਦੀ ਆ, ਹੱਥ ਸਾਫ਼ ਹੋਣੇ ਚਾਹੀਦੇ, ਹਨਾ, ਨਿੱਕੇ ਨਿੱਕੇ ਚੀਜ਼ਾਂ। ਤੇ ਉਹ ਮੈਂ ਸ਼ੌਂਕ ਨਾਲ ਕੀਤਾ, ਮੈਂ ਮਜਬੂਰੀ ਨਾਲ ਨਹੀਂ ਕੀਤਾ। ਮੇਰੇ ਮੰਮੀ ਵੀ ਕਹਿੰਦੇ ਹੁੰਦੇ ਵੀ ਕੰਮ ਤਾਂ ਕਰਨਾ ਹੀ ਪੈਣਾ ਹੈ, ਭਾਵੇਂ ਹੱਸ ਕੇ ਕਰ ਲਓ, ਭਾਵੇਂ ਰੋ ਕੇ ਕਰ ਲਓ। ਤੇ ਜੇ ਰੋ ਕੇ ਕਰ ਲਓਗੇ ਤਾਂ ਆਸੇ-ਪਾਸੇ ਵਾਲੇ ਵੀ ਦੁਖੀ ਹੋਣਗੇ, ਤੇ ਜੇ ਹੱਸ ਕੇ ਕਰੋਗੇ ਤੇ ਆਸੇ-ਪਾਸੇ ਵਾਲੇ ਵੀ ਹੱਸ ਕੇ ਕਰਨਗੇ, ਤੇ ਤੁਹਾਨੂੰ ਇੱਕ ਸੰਤੁਸ਼ਟੀ ਮਿਲੂਗੀ ਕੰਮ ਕਰਨ ਦੀ, ਹਨਾ। ਤੇ ਉਹ ਚੀਜ਼ਾਂ ਹੌਲੀ ਹੌਲੀ ਬਚਪਨ ਦੇ ਵਿੱਚ ਜਿਹੜੀਆਂ ਮੈਂ ਸਿੱਖਦੀ ਸੀਗੀ ਜਾਂ ਹੱਥੀਂ ਕਰਦੀ ਸੀਗੀ, ਤਾਂ ਉਹ ਹੌਲੀ ਹੌਲੀ ਮੇਰੇ ਸ਼ੌਂਕ ਬਣ ਗਏ। ਤੇ ਹਾਂਜੀ, ਸ਼ੌਂਕ ਦੇ ਵਿੱਚ ਇਹ ਹੈ ਕਿ ਮੈਂ
ਘਰ ਦੇ ਕੰਮ ਤਾਂ ਆਪਾਂ ਕਰਦੇ ਹੀ ਆ ਹਨਾ, ਸਫਾਈ ਕਰ ਲਈ, ਜਿਹੜੇ ਕੱਪੜੇ ਧੋ ਲਏ ਜਾਂ ਕਿਵੇਂ ਹਨਾ, ਉਹ ਕਰਨੇ ਪੈਣੇ ਨੇ। ਕਿਚਨ ਦਾ ਕੰਮ ਜਿਹੜਾ ਹੈਗਾ, ਮੈਨੂੰ ਕੁਕਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਜੀ, ਮੈਂ ਦੇਖਿਆ। ਹਾਂਜੀ। ਤੇ ਅਵਤਾਰ ਨੂੰ ਜਿਵੇਂ ਖਾਣ ਦਾ ਸ਼ੌਂਕ ਆ, ਉਹਨਾਂ ਨੂੰ ਹੁੰਦਾ ਵੀ ਆਹ ਚੀਜ਼ ਐਵੇਂ ਹੋਣੀ ਚਾਹੀਦੀ ਆ, ਮੈਨੂੰ ਆਹ ਚੀਜ਼ ਪਸੰਦ ਆ, ਤੇ ਉਹਦੇ ਹਿਸਾਬ ਨਾਲ ਫਿਰ ਮੈਂ ਉਵੇਂ ਬਣਾ ਦਿੰਦੀ ਆ ਉਹਨਾਂ ਨੂੰ ਜੀ। ਤੇ ਸੈਕੰਡਲੀ ਮੈਨੂੰ ਸਿਲਾਈ ਕਢਾਈ ਦਾ ਸ਼ੁਰੂ ਤੋਂ ਸ਼ੌਂਕ ਆ, ਪੇਂਟਿੰਗ, ਡਰਾਇੰਗ, ਆਰਟ ਐਂਡ ਕਰਾਫਟ ਦੀਆਂ ਚੀਜ਼ਾਂ ਬਣਾਉਣੀਆਂ। ਈਵਨ ਮੈਂ ਛੋਟੀ ਹੁੰਦੀ ਸੀਗੀ ਤੇ ਆਪਾਂ ਕਿਹੜਾ ਕਦੀ ਚੁੱਲ੍ਹਾ ਇੰਨਾ ਬਾਲਦੇ ਸੀ ਜਾਂ ਕਿਵੇਂ ਵੀ, ਤੇ ਮੇਰੀ ਨਾਨੀ ਨੇ ਚੁੱਲ੍ਹਾ ਬਣਾਉਣਾ ਤੇ ਜਾਂ ਮਿੱਟੀ ਲਾਉਣੀ ਜਾਂ ਕੁਝ ਵੀ ਕਰਨਾ ਤੇ ਪਰੋਲਾ ਨਹੀਂ ਫੇਰਦੇ ਵਾਈਟ ਵਾਲਾ, ਤੇ ਉਹ ਵੀ ਮੈਂ ਉਹਨਾਂ ਦੇ ਨਾਲ ਫੇਰਦੀ ਹੁੰਦੀ ਸੀ। ਤੇ ਉੱਥੋਂ ਜਿਵੇਂ ਹੌਲੀ ਹੌਲੀ ਬਚਪਨ ਤੋਂ ਕਹਿ ਲਓ ਫਿਰ ਫਾਊਂਡੇਸ਼ਨ ਹੀ ਉਹੋ ਜਿਹੀ ਹੋਈ ਹੈ, ਮੈਨੂੰ ਘਰ ਦਾ ਮਾਹੌਲ ਹੀ ਉਹੋ ਜਿਹਾ ਮਿਲਿਆ ਸੀਗਾ ਕਿ ਉਹ ਨਿੱਕੀਆਂ ਨਿੱਕੀਆਂ ਸ਼ੌਕ ਜਿਹੜੇ ਸੀਗੇ, ਨਿੱਕੇ ਨਿੱਕੇ ਚੀਜ਼ਾਂ ਕਰਦਿਆਂ ਉਹ ਹੁਣ ਮੈਨੂੰ ਇੱਕ ਮੈਡੀਟੇਸ਼ਨ ਦਾ ਕੰਮ ਕਰਦੀਆਂ ਮੇਰੇ ਵਾਸਤੇ। ਤੇ ਬਾਕੀ ਹੱਥੀਂ ਕੰਮ ਕਰਨ ਦੀ ਤੁਸੀਂ ਗੱਲ ਕੀਤੀ ਹੈ, ਤੇ ਮੈਂ ਜਿਵੇਂ ਕਹਿੰਦੇ ਗੁਰਬਾਣੀ ਦੇ ਵਿੱਚ ਕੋਈ ਪੜ੍ਹੇ ਕੋਈ ਸੁਣੇ ਤੇ ਕੋਈ ਕਰੇ ਵਿਚਾਰ, ਮੈਂ ਗੁਰਬਾਣੀ ਪੜ੍ਹਦੀ ਸੁਣਦੀ ਆ, ਪਰ ਮੈਂ ਵਿਚਾਰ ਜ਼ਿਆਦਾ ਕਰਦੀ ਆ। ਤੇ ਵਿਚਾਰ ਦੇ ਵਿੱਚ ਉਹਦੇ ਚ ਕਿ ਗੁਰੂ ਨਾਨਕ ਦੇਵ ਜੀ ਨੇ ਵੀ 500 ਸਾਲ ਪਹਿਲਾਂ ਆਪਾਂ ਨੂੰ ਇੱਕ ਸੰਦੇਸ਼ ਦੇ ਦਿੱਤਾ ਸੀਗਾ, ਸਿੱਖ ਧਰਮ ਦੇ ਵਿੱਚ ਹੀ ਕਹਿ ਲਓ ਕਿ ਹੱਥੀਂ ਕਿਰਤ ਕਰਨੀ ਆ, ਨਾਮ ਜਪਣਾ, ਵੰਡ ਛਕਣੀ। ਦੂਜੀ ਗੱਲ ਗੁਰਬਾਣੀ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਨਾਨਕ ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ, ਉਹ ਗ੍ਰਹਿਣ ਕਰਦੇ ਕਰਦੇ ਮਤਲਬ ਕਦੋਂ ਉਹ ਇੱਕ ਰੂਟੀਨ ਬਣ ਜਾਂਦਾ ਲਾਈਫ ਦਾ, ਆਪਾਂ ਨੂੰ ਪਤਾ ਨਹੀਂ ਲੱਗਦਾ। ਤੇ ਵਿਹਲੇ ਟਾਈਮ ਦੇ ਵਿੱਚ ਮੈਂ ਸਿਲਾਈ ਕਢਾਈ ਕਰ ਲਈ, ਗਾਰਡਨਿੰਗ ਕਰ ਲਈ, ਤੇ ਜਿਵੇਂ ਕਹ ਲਓ ਵੀ ਹਰ ਕੰਮ ਕਰਨ ਦਾ ਸ਼ੌਂਕ ਹੁਣ ਹੈਗਾ ਆ, ਤੇ ਹੱਥੀਂ ਕਰਨ ਦਾ ਹੈਗਾ। ਇਹਦੇ ਨਾਲ ਬੱਚਤ ਵੀ ਹੋ ਜਾਂਦੀ ਆ ਤੇ ਆਪਣੇ ਸਕਿੱਲਸ ਵੀ ਵੱਧਦੀਆਂ ਆ, ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਆ। ਬਹੁਤ ਸੋਹਣੀ ਗੱਲ ਕੀਤੀ। ਬੱਚਤ ਵੀ ਕਹਿੰਦੇ ਨੇ ਕਿ ਬੱਚਤਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਹੀ ਕੁੱਲੀਆਂ ਤੋਂ ਮਹਿਲ ਬਣਦੇ ਨੇ। ਬੜੀ ਸੋਹਣੀ ਗੱਲ ਕੀਤੀ ਸੀ ਤੁਸੀਂ ਰਾਜਵਿੰਦਰ ਕਿ ਜਦੋਂ ਆਟਾ ਗੁੰਨਣਾ ਤੇ ਪਰਾਤ ਸਾਫ਼ ਹੋਣੀ ਚਾਹੀਦੀ ਹੈ, ਕੰਮ ਸਾਰੇ ਕਰਨੇ ਆਉਣੇ ਚਾਹੀਦੇ ਨੇ। ਪਰ ਸਿਆਣੇ ਜਿਹੜੇ ਨੇ ਸਾਨੂੰ ਹਮੇਸ਼ਾ ਜਦੋਂ ਕੰਮ ਕਰਨ ਦੀ ਜਾਂਚ ਦੱਸਦੇ ਸੀ, ਸੁਚੱਜਤਾ ਦੇ ਨਾਲ ਉਸ ਕੰਮ ਨੂੰ ਤੁਸੀਂ ਕਿਵੇਂ ਸੰਪੂਰਨ ਕਰਨਾ ਹੈ ਉਹ ਸਾਨੂੰ ਦੱਸਦੇ ਸੀ। ਕਹਿੰਦੇ ਜਦੋਂ ਪੁਰਾਣੇ ਵੇਲਿਆਂ ਦੇ ਵਿੱਚ ਰਿਸ਼ਤੇ ਵੀ ਹੁੰਦੇ ਸੀ ਤੇ ਜਦੋਂ ਕੁੜੀ ਨੂੰ ਕੋਈ ਵੇਖਣ ਜਾਇਆ ਕਰਦੇ ਸੀ ਤੇ ਇਹਨਾਂ ਚੀਜ਼ਾਂ ਦਾ ਖਿਆਲ ਬਹੁਤ ਰੱਖਿਆ ਜਾਂਦਾ ਸੀ ਕਿ ਕੰਮ ਕਰਨ ਦਾ ਤਰੀਕਾ ਕਿਵੇਂ ਦਾ ਹੈ ਇਸ ਕੁੜੀ ਦਾ। ਸੋ ਇਹ ਚੀਜ਼ਾਂ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਤੁਹਾਡੀਆਂ ਜਿਹੜੀਆਂ ਸਪੈਸ਼ਲਿਟੀਜ਼ ਜਿਹੜੀਆਂ ਉਹ ਬਣ ਜਾਂਦੀਆਂ ਸੀ। ਤੇ ਹੁਣ ਮੈਨੂੰ ਪਤਾ ਤੁਸੀਂ ਬੋਲੀਆਂ ਵਗੈਰਾ ਵੀ ਕਾਫੀ ਪਾਉਂਦੇ ਹੋ, ਮੈਂ ਚਾਹੁੰਦੀ ਹਾਂ ਕਿ ਇੱਕ ਬੋਲੀ ਤੁਸੀਂ ਸਾਨੂੰ ਸੁਣਾ ਦਿਓ, ਥੋੜਾ ਜਿਹਾ ਅਸੀਂ ਮਾਹੌਲ ਹਲਕਾ ਕਰੀਏ ਤੇ ਫਿਰ ਇੱਕ ਦੋ ਸਵਾਲ ਮੇਰੇ ਕੋਲ ਹੋਰ ਰਹਿਣਗੇ, ਥੋੜੀ ਜਿਹੀ ਗੰਭੀਰ ਵਿਸ਼ੇ ਤੇ ਵੀ ਚਰਚਾ ਕਰਾਂਗੇ। ਕੋਈ ਬੋਲੀ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ? ਵੈਸੇ ਤੇ ਰਾਜਵਿੰਦਰ ਬੋਲੀਆਂ ਦੀ ਕਿਤਾਬ ਹੈ, ਕਿਤਾਬਾਂ ਬਹੁਤ ਪੜ੍ਹਦੇ ਹੋ ਤੁਸੀਂ। ਹਾਂਜੀ, ਬੋਲੀ ਹੁਣ ਮੈਂ ਚਲੋ ਸੁਣਾ ਦਿੰਨੀ ਆ। ਸੁਣਾ ਦਿਓ ਫਿਰ। ਗਲੀ ਗਲੀ ਬਨਜਾਰਾ ਸੀ ਫਿਰਦਾ, ਹੋਕਾ ਦਿੰਦਾ ਪੰਗਾਂ ਦਾ, ਮੈਂ ਆਸ਼ਿਕ ਹੋ ਗਈ ਵੇ ਤੇਰਾ ਪੀੜ ਵੇਖ ਕੇ ਦੰਦਾਂ ਦਾ, ਮੈਂ ਆਸ਼ਿਕ ਹੋ ਗਈ ਵੇ ਤੇਰਾ ਪੀੜ ਵੇਖ ਕੇ ਦੰਦਾਂ ਦਾ। ਕਿਆ ਬਾਤ, ਦੰਦਾਂ ਦਾ ਪੀੜ। ਮੇਰੇ ਖਿਆਲ ਹੈ ਕਿ ਬੋਲੀਆਂ ਅਸੀਂ ਹੁਣ ਬੱਚਿਆਂ ਨੂੰ ਸਿਖਾਈਏ ਤੇ ਬੱਚਿਆਂ ਦੀ ਵੋਕੈਬਲਰੀ ਵੀ ਪੰਜਾਬੀ ਦੇ ਵਿੱਚ ਕਾਫੀ ਵਧੀਆ ਹੋ ਸਕਦੀ ਹੈ। ਰਾਜਵਿੰਦਰ, ਇਸ ਤੋਂ ਪਹਿਲਾਂ ਕਿ ਅਸੀਂ ਗੰਭੀਰ ਵਿਸ਼ੇ ਦੇ ਬਾਰੇ ਗੱਲਾਂ ਕਰੀਏ, ਕਿਉਂਕਿ ਲਾਹੌਰ ਨਾਲ ਤੁਹਾਡਾ ਪਿਛੋਕੜ ਹੈ, ਮੇਰੇ ਜ਼ਿਹਨ ਵਿੱਚ ਆ ਰਿਹਾ ਸੀ ਤੁਸੀਂ ਲਾਹੌਰ ਗਏ ਹੋ ਜਾਂ ਹਜੇ ਜਾਣ ਦੀ ਇੱਛਾ? ਜਾਣ ਦੀ ਇੱਛਾ ਮੇਰੀ ਤਾਂ ਇਹ ਵੀ ਇੱਛਾ ਸੀਗੀ ਕਿ ਮੇਰੇ ਡੈਡੀ ਨੂੰ ਲਾਸਟ ਈਅਰ ਪੂਰੇ ਹੋ ਗਏ, ਮੇਰੀ ਇਹ ਇੱਛਾ ਸੀਗੀ ਕਿ ਮੈਂ ਡੈਡੀ ਦਾ ਟੂਰ ਇੱਕ ਵਾਰੀ ਇੰਡੀਆ ਦਾ ਲਵਾਵਾਂ, ਤੇ ਪਰ ਉਹ ਨਹੀਂ ਇੱਛਾ ਪੂਰੀ ਹੋ ਸਕੀ। ਤੇ ਪਰ ਹੁਣ ਇਹੀ ਹੈ ਕਿ ਜਦੋਂ ਕਿਤੇ ਖੁੱਲਦੇ ਆ ਕੋਵਿਡ ਦਾ ਜਾਂ ਕੁਝ ਵੀ, ਜਦੋਂ ਵੀ ਓਪਨ ਹੋਊਗਾ, ਤੇ ਪਲਾਨ ਹੈਗਾ ਕਿ ਇੱਕ ਵਾਰੀ ਜ਼ਰੂਰ ਲਾਹੌਰ ਜਾ ਕੇ ਆਣਾ। ਜੀ ਹਾਂਜੀ, ਸੋ ਦੁਆਵਾਂ ਨੇ ਕਿ ਜ਼ਰੂਰ ਤੁਹਾਡੀ ਇਹ ਜਿਹੜੀ ਇੱਛਾ ਜਲਦੀ ਪੂਰੀ ਹੋਵੇ। ਇਸ ਦੇ ਨਾਲ ਹੁਣ ਅਸੀਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਵਸ ਰਹੇ ਹਾਂ, ਸਾਡਾ ਆਪਣਾ ਪੰਜਾਬ ਹੈ, ਪ੍ਰਦੇਸ਼ਾਂ ਦੇ ਵਿੱਚ ਵਸਦੇ ਅਸੀਂ ਜਿੰਨੇ ਵੀ ਮੁਲਕਾਂ ਦੇ ਵਿੱਚ ਵਸਦੇ ਹਾਂ। ਇੱਥੇ ਲੋਕਲ ਕਮਿਊਨਿਟੀ ਦੇ ਵਿੱਚ ਤੁਸੀਂ ਕਿਹੜੇ ਇਸ਼ੂ ਦੇਖਦੇ ਹੋ? ਖਾਸ ਕਰਕੇ ਅਸੀਂ ਗਲੋਬਲੀ ਗੱਲ ਕਰ ਲੈਂਦੇ ਹਾਂ, ਅੱਜ ਕੱਲ੍ਹ ਅਸੀਂ ਦੁਨੀਆ ਨੂੰ ਇੱਕ ਗਲੋਬਲ ਵਿਲੇਜ ਕਹਿ ਲੈਂਦੇ ਹਾਂ। ਪੰਜਾਬ ਤੋਂ ਬਾਹਰ ਅਸੀਂ ਜਿਵੇਂ ਆ ਗਏ ਹਾਂ, ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਹਾਂ, ਤੁਹਾਨੂੰ ਕੀ ਲੱਗਦਾ ਕਿਹੜੇ ਕਿਹੜੇ ਖਾਸ ਇਸ਼ੂ ਹੈ ਜਿਹੜੇ ਸਾਨੂੰ ਵਿਚਾਰਨ ਦੀ ਲੋੜ ਹੈ ਤੇ ਉਹਨਾਂ ਨੂੰ ਵਿਚਾਰ ਕੇ ਸਾਡੀ ਜ਼ਿੰਦਗੀ ਜਿਹੜੀ ਉਹ ਸਰਲ ਹੋ ਸਕਦੀ ਹੈ, ਸੌਖੀ ਹੋ ਸਕਦੀ ਹੈ? ਹਾਂਜੀ ਹਰਜੀਤ, ਮੁੱਦੇ ਤਾਂ ਬਹੁਤ ਜ਼ਿਆਦਾ ਹੈ ਜੇ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ। ਜੇ ਆਪਾਂ ਕੰਪੈਰੀਟਿਵ ਸਟੱਡੀ ਕਰੀਏ, ਇੱਕ ਕੰਟਰੀ ਤੋਂ ਦੂਜੀ ਕੰਟਰੀ ਦੀ ਵੀ ਕਰੀਏ ਜਾਂ ਇੱਥੇ ਬੈਠੇ ਵੀ ਆਪਾਂ ਕਰਦੇ ਹਾਂ ਹਨਾ, ਤਾਂ ਬਹੁਤ ਸਾਰੇ ਹੈਗੇ ਜਿਹੜੇ ਕਮਿਊਨਿਟੀ ਇਸ਼ੂਜ਼ ਹੈਗੇ ਆਪਣੇ ਡਿਸਕਸ ਕਰਨ ਵਾਲੇ। ਤੇ ਉਹਦੇ 'ਚ ਮੈਂ ਸਭ ਤੋਂ ਮੇਜਰ, ਜਿਵੇਂ ਮੈਂ ਟੀਚਰ ਹਾਂ ਤੇ ਮੈਂ ਤਾਂ ਇੱਕ ਉਹ ਚੀਜ਼ ਜਿਹੜੀ ਚੀਜ਼ ਮੈਂ ਖੁਦ ਫੀਲ ਕਰਦੀ ਹਾਂ, ਮਹਿਸੂਸ ਕਰਦੀ ਹਾਂ ਕਿ ਡੇਲੀ ਰੂਟੀਨ ਦੇ ਵਿੱਚ ਜਿਹੜਾ ਮੈਨੂੰ ਹਮੇਸ਼ਾ ਜਿੰਨ ਦੇ ਵਿੱਚ ਆਉਂਦਾ ਹੈ ਕਿ ਬੱਚਿਆਂ ਦੀ ਜਿਹੜੀ ਹੈਗੀ ਲੈਂਗੁਏਜ ਡਿਵੈਲਪਮੈਂਟ ਆ,
ਜਾਂ ਸੋਸ਼ਲ ਸਕਿੱਲਸ ਆ ਜਾਂ ਬੱਚੇ ਦੇ ਵਿੱਚ ਸੈਲਫ ਕੌਨਫੀਡੈਂਸ ਦੀ ਭਾਵਨਾ ਜਿਹੜੀ ਹੈਗੀ ਆ, ਸੈਲਫ ਮੋਟੀਵੇਸ਼ਨ ਦੀ ਜਿਹੜੀ ਚੀਜ਼ਾਂ ਹੈਗੀਆਂ ਉਹ ਬਹੁਤ ਜ਼ਿਆਦਾ ਘਟਦੀਆਂ ਜਾ ਰਹੀਆਂ ਆ। ਮੇਨ ਮੋਟਿਵ ਮੈਂ ਇੱਥੇ ਹੋਮ ਲੈਂਗੁਏਜ ਨੂੰ ਵੀ ਲਾਉਂਗੀ ਕਿ ਆਪਾਂ ਇੱਥੇ ਮਾਡਰਨ ਕੰਟਰੀਜ਼ ਦੇ ਵਿੱਚ ਆ ਗਏ ਆ, ਭਾਵੇਂ ਇੱਥੇ ਆ ਭਾਵੇਂ ਆਪਾਂ ਇੰਡੀਆ ਦੇ ਵਿੱਚ ਵੀ ਆ, ਆਪਾਂ ਇੰਡੀਆ ਦੇ ਵਿੱਚ ਵੀ ਆਪਣੀ ਪੰਜਾਬੀ ਮਾਂ ਬੋਲੀ ਤੋਂ ਬਹੁਤ ਜ਼ਿਆਦਾ ਦੂਰ ਹੁੰਦੇ ਜਾ ਰਹੇ ਆ। ਇਹਦਾ ਮੇਨ ਮਕਸਦ ਮੈਂ ਜੇ ਮੇਨ ਕਹਿ ਲਓ ਉਹ ਕਿ ਵੀ ਜਿਹੜਾ ਕਾਰਨ ਹੈ ਉਹ ਮੈਂ ਇਹ ਸਮਝਦੀ ਹਾਂ ਕਿ ਟੈਕਨੋਲੋਜੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਵਾਸਟ ਹੋ ਗਈ ਆ ਤੇ ਆਪਾਂ ਸਾਰੇ ਜਣੇ ਸੋਸ਼ਲਾਈਜ਼ ਹੋਣ ਦੀ ਬਜਾਏ ਇੰਡੀਵਿਜੂਅਲਾਈਜ਼ ਹੁੰਦੇ ਜਾਂਦੇ ਆ ਤੇ ਆਪਣੀ ਜਿਹੜੀ ਸੈਲਫ ਸੈਂਟਰਡਨੈਸ ਜਿਹੜੀ ਹੈਗੀ ਉਹ ਜ਼ਿਆਦਾ ਵੱਧਦੀ ਜਾ ਰਹੀ ਆ। ਕਮਿਊਨੀਕੇਸ਼ਨ ਦੀਆਂ ਸਕਿੱਲਸ ਇੱਕ ਦੂਜੇ ਦੇ ਨਾਲ ਘਟਦੀਆਂ ਜਾ ਰਹੀਆਂ ਆ, ਸੋਸ਼ਲ ਸਕਿੱਲਸ ਘਟਦੀਆਂ ਜਾ ਰਹੀਆਂ ਆ, ਬੱਚੇ ਨੂੰ ਇੱਕ ਚੰਗਾ ਨਾਗਰਿਕ ਕਿਵੇਂ ਬਣਾਉਣਾ ਆ ਉਹ ਰੋਲ ਮਾਡਲਿੰਗ ਜਿਹੜੀ ਹੈਗੀ ਆਪਣੀ ਉਹ ਘਟਦੀ ਜਾ ਰਹੀ ਆ। ਮੈਂ ਸਾਰਿਆਂ ਦਾ ਨਹੀਂ ਕਹਿੰਦੀ, ਕਈ ਕੰਟਰੀਜ਼ ਕਈ ਘਰ ਹਰੇਕ ਘਰ ਡਿਫਰੈਂਟ ਆ, ਕਈ ਪੇਰੈਂਟਸ ਬਹੁਤ ਵਧੀਆ ਆ ਉਹ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਇੰਨਾ ਟਾਈਮ ਦਿੰਦੇ ਆ, ਇੰਨਾ ਜ਼ਿਆਦਾ ਉਹਨਾਂ ਦੇ ਸਕਿੱਲਸ ਡਿਵੈਲਪ ਕਰਦੇ ਆ ਕਿ ਉਹਨਾਂ ਨੂੰ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਕੁਝ ਮੈਂ ਮੇਜਰ ਜਿਹੜੇ ਦੇਖੇ ਆ ਇੱਥੇ ਕਿ ਆਪਣੇ 40-40 60 ਘੰਟੇ ਕੰਮ ਕਰਦੇ ਆ ਪੇਰੈਂਟਸ, ਵੱਡੀਆਂ ਗੱਡੀਆਂ ਵੱਡੇ ਘਰ, ਪਰ ਜੇ ਅਸੀਂ ਉਹਨਾਂ ਦੇ ਬੱਚਿਆਂ ਵੱਲ ਦੇਖਦੇ ਆ ਤੇ ਬੱਚੇ ਦੀ ਸਾਨੂੰ ਭਾਸ਼ਾ ਹੀ ਨਹੀਂ ਸਮਝ ਆਉਂਦੀ ਕਿ ਬੱਚਾ ਬੋਲਦਾ ਕੀ ਹੈ ਤੇ ਬੋਲਣਾ ਕੀ ਚਾਹੁੰਦਾ। ਤਾਂ ਉੱਥੇ ਮੈਨੂੰ ਥੋੜਾ ਜਿਹਾ ਨਾ ਆਪਣੇ ਆਪ ਨੂੰ ਦੁੱਖ ਹੁੰਦਾ ਆ ਕਿ ਜੇ ਅਸੀਂ ਬਾਹਰਲੇ ਮੁਲਕਾਂ 'ਚ ਆ ਗਏ ਆ ਤਾਂ ਆਪਣਾ ਇੱਕ ਫਰਜ਼ ਬਣਦਾ ਆ ਕਿ ਜਿਹੜੀ ਸਾਡੀ ਜਨਰੇਸ਼ਨ ਹੈ ਅਸੀਂ ਉਹਨੂੰ ਜੋ ਵੀ ਆਪਾਂ ਕਰ ਸਕਦੇ ਆ, ਕੰਮ ਘੱਟ ਕਰ ਲਈਏ, ਆਪਣੀ ਕਿਸ਼ਤਾਂ ਘੱਟ ਕਰ ਲਈਏ ਕਿਸੇ ਤਰੀਕੇ ਦੇ ਨਾਲ, ਪਰ ਬੱਚਿਆਂ ਨਾਲ ਟਾਈਮ ਇੰਨਾ ਸਪੈਂਡ ਕਰੀਏ ਕਿ ਜਿਹੜਾ ਫਿਊਚਰ ਹੋਵੇ ਸਾਨੂੰ ਫਿਊਚਰ ਦੇ ਵਿੱਚ ਸਾਡੇ ਬੱਚੇ ਸਾਨੂੰ ਸੰਭਾਲ ਸਕਣ। ਇਹ ਨਾ ਹੋਵੇ ਕਿ ਸਾਨੂੰ 올ਡ ਏਜ ਹੋਮ 'ਚ ਛੇਤੀ ਜਾਣਾ ਪੈ ਜੇ। ਤੇ ਦੂਜਾ ਜਿਹੜਾ ਮੈਂ ਪਰਸਨਲੀ ਫੀਲ ਕੀਤਾ ਆ ਇੱਥੇ ਆ ਕੇ ਕਿ ਇੱਕ ਜਿਹੜੀ ਜੱਜਮੈਂਟਲ ਦੀ ਭਾਵਨਾ ਆ ਨਾ ਉਹ ਇੱਥੇ ਆਪਣੇ ਕਮਿਊਨਿਟੀਜ਼ ਦੇ ਵਿੱਚ ਜ਼ਿਆਦਾ ਮਿਲਦੀ ਆ। ਜੱਜਮੈਂਟਲ ਤੋਂ ਕੀ ਭਾਵ ਤੁਹਾਡਾ? ਜੱਜਮੈਂਟਲ ਤੋਂ ਭਾਵ ਮੇਰਾ ਇਹ ਹੈ ਕਿ ਆਪਾਂ ਕਿਸੇ ਨੂੰ ਦੇਖ ਕੇ ਉਹਦੇ ਬਾਰੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੰਦੇ ਆ ਕਿ ਜੇ ਮੰਨ ਲਓ ਕੋਈ ਚੰਗਾ ਕੰਮ ਕਰ ਰਿਹਾ ਆ ਤਾਂ ਆਪਾਂ ਐਪਰੀਸ਼ੀਏਟ ਕਰਨ ਦੀ ਬਜਾਏ ਡੀ ਐਪਰੀਸ਼ੀਏਟ ਕਰਨ ਦੀ ਕੋਸ਼ਿਸ਼ ਕਰਦੇ ਆ। ਸੌਰੀ ਟੂ ਸੇ ਮੈਂ ਸਾਰਿਆਂ ਦਾ ਨਾਮ ਨਹੀਂ, ਕਿਸੇ ਦਾ ਨਾਮ ਨਹੀਂ ਜਾਂ ਕਿਸੇ ਨੇ ਇੱਕ ਨੂੰ ਨਹੀਂ ਕਹਿ ਰਹੀ, ਜੋ ਮੇਰਾ ਪਰਸਨਲ ਐਕਸਪੀਰੀਅੰਸ ਹੋਇਆ ਆ। ਤਾਂ ਮੈਂ ਇਹ ਕਹਿੰਦੀ ਆ ਕਿ ਹਰ ਕੋਈ ਯੂਨੀਕ ਆ, ਤੁਹਾਡੀ 'ਚ ਆਪਣੀਆਂ ਕੁਆਲਿਟੀਜ਼ ਆ, ਮੇਰੀਆਂ ਆਪਣੀਆਂ ਕੁਆਲਿਟੀਜ਼ ਆ, ਹਨਾ। ਬੈਟਰ ਇਹ ਹੈ ਕਿ ਤੁਹਾਡੀਆਂ ਕੁਆਲਿਟੀਜ਼ ਤੇ ਮੇਰੀਆਂ ਕੁਆਲਿਟੀਜ਼ ਮਿਲ ਕੇ ਬਿਗ ਕੁਆਲਿਟੀਜ਼ ਬਣਨ ਨਾ, ਤਾਂ ਆਪਾਂ ਟੁਗੇਦਰ ਵੀ ਕੈਨ ਅਚੀਵ ਬੈਟਰ। ਠੀਕ, ਪਰ ਕਿਸੇ ਤਰੀਕੇ ਦੇ ਨਾਲ ਮੈਂ ਜਿਹੜਾ ਮਹਿਸੂਸ ਕੀਤਾ ਹੈ ਕਿ ਜਦੋਂ ਆਪਾਂ ਕੋਈ ਵੀ ਆਪਣੇ ਤੋਂ ਕੁਆਲਿਟੀਜ਼ ਵਾਲਾ ਅੱਗੇ ਹੋਣਾ ਸ਼ੁਰੂ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਹੈ ਤਾਂ ਆਪਾਂ ਬਜਾਏ ਇਸ ਤੇ ਵੀ ਉਹਨੂੰ ਮੋਟੀਵੇਟ ਕਰੀਏ ਜਾਂ ਕੁਝ ਵੀ ਕਰੀਏ, ਆਪਾਂ ਥੋੜਾ ਉਹਦੀ ਲੈਗ ਪੁਲਿੰਗ ਕਰਨੀ ਸ਼ੁਰੂ ਕਰ ਦਿੰਦੇ ਆ। ਆਪਾਂ ਕੰਪੀਟੀਸ਼ਨ 'ਚ ਆ ਜਾਂਦੇ ਆ, ਠੀਕ ਹੈ, ਪਰ ਜਿਹੜੀ ਸੈਲਫ ਉਹ ਹੈਗੀ ਹੈ ਨਾ ਰਿਫਲੈਕਸ਼ਨ ਜਾਂ ਇਹ ਕਹਿਣਾ ਕਿ ਜੇ ਉਹ ਕੰਪੀਟੀਸ਼ਨ 'ਚ ਹੈ ਤਾਂ ਵੀ ਮੇਰੇ ਤੋਂ ਅੱਗੇ ਕਿਉਂ ਆ, ਮੈਂ ਉਹ ਭਾਵਨਾ ਕਿਵੇਂ ਲੈ ਕੇ ਆਵਾਂ ਕਿ ਮੈਂ ਜੇ ਉਹਦੇ ਬਰਾਬਰ ਨਹੀਂ ਮੈਂ ਤੋਂ ਅੱਗੇ ਵੀ ਨਿਕਲ ਸਕਦਾ ਆ। ਠੀਕ ਹੈ, ਤਾਂ ਜਿਹੜਾ ਮੇਰਾ ਮੇਨ ਉਹ ਹੈਗਾ ਕਿ ਮੈਨੂੰ ਹੁੰਦਾ ਕਿ ਜੇ ਆਪਾਂ ਮਿਹਨਤ ਕਰ ਸਕਦੇ ਆ, ਆਪਣੀ ਸੈਲਫ ਰਿਫਲੈਕਸ਼ਨ, ਸੈਲਫ ਐਨਾਲਿਸਿਸ, ਸੈਲਫ ਇਵੈਲੂਏਸ਼ਨ ਆਪਣੇ ਆਪ ਹੀ ਕਰਨ ਲੱਗ ਪਈਏ ਨਾ ਤਾਂ ਆਪਣੀ ਤਰੱਕੀ ਆਪਣੇ ਆਪ ਹੀ ਹੋ ਜਾਂਦੀ ਆ। ਤਾਂ ਆਪਾਂ ਨੂੰ ਦੂਜਿਆਂ ਦੇ ਵਿੱਚ ਐਬ ਘੱਟ ਦਿਸਦੇ ਆ ਤੇ ਖੂਬੀਆਂ ਜ਼ਿਆਦਾ ਦਿਸਦੀਆਂ ਆ। ਤਾਂ ਇਹ ਚੀਜ਼ ਹੈ ਕਿ ਜਿਵੇਂ ਕਿਸੇ ਦੀ ਜੇ ਆਪਾਂ ਕਹਿੰਦੇ ਵੀ ਜੇ ਆਪਾਂ ਕਿਸੇ ਦਾ ਦੁੱਖ ਵੰਡਾ ਨਹੀਂ ਸਕਦੇ, ਘਟਾ ਨਹੀਂ ਸਕਦੇ ਤਾਂ ਆਪਾਂ ਨੂੰ ਵਧਾਉਣਾ ਵੀ ਨਹੀਂ ਚਾਹੀਦਾ। ਪਰ ਇੱਥੇ ਆ ਕੇ ਜਾਂ ਕਿ ਬਾਹਰਲੇ ਕੰਟਰੀਜ਼ ਦੇ ਸਾਰੇ ਦੇ ਵਿੱਚ ਜਾਂ ਕਿਤੇ ਵੀ ਮੈਂ ਹੁਣ ਅੱਜ ਕੱਲ੍ਹ ਦਾ ਸਿਸਟਮ ਹੀ ਦੇਖਦੀ ਆ ਇਹ ਕਿ ਹਰੇਕ ਕੋਈ ਬੰਦਾ ਦੌੜ 'ਚ ਆ। ਜੇ ਆਪਾਂ ਇੱਥੇ ਕੋਈ ਕੰਪੀਟੀਸ਼ਨ ਵੀ ਕਰਵਾਉਂਦੇ, ਜਿਵੇਂ ਮੈਂ ਛੋਟੀ ਹੁੰਦੀ, ਤੁਸੀਂ ਵੀ ਹੁੰਦੇ ਹੋਵੋਗੇ ਛੋਟੇ ਹੁੰਦੇ ਕੰਪੀਟੀਸ਼ਨ 'ਚ ਜਾਂਦੇ ਹੋਵੋਗੇ, ਹਨਾ, ਤਾਂ ਆਪਾਂ ਨੂੰ ਘਰਦਿਆਂ ਨੇ ਕਦੀ ਇਹ ਨਹੀਂ ਕਿਹਾ ਸੀ ਤੂੰ ਜਿੱਤ ਕੇ ਆਉਣਾ, ਹਨਾ। ਤੇ ਜੇ ਜਿੱਤ ਕੇ ਆ ਜਾਂਦੇ ਸੀ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਸੀ, ਉਹਨਾਂ ਨੂੰ ਹੁੰਦਾ ਸੀ ਵੀ ਚੱਲ ਠੀਕ ਆ ਵੀ ਕੁਝ ਚੰਗਾ ਕੀਤਾ ਹੋਣਾ ਤੇ ਇਹਨੂੰ ਇਨਾਮ ਮਿਲ ਗਿਆ, ਹਨਾ। ਤੇ ਅੱਜ ਕੱਲ ਬੱਚੇ ਤੇ ਜਾਂ ਕਿਵੇਂ ਵੀ ਇਹੀ ਕਿਹਾ ਜਾਂਦਾ ਹੈ ਕਿ ਮੇਰਾ ਬੱਚਾ ਹੀ ਫਸਟ ਹੋਣਾ ਚਾਹੀਦਾ, ਦੂਜੇ ਦਾ ਬੱਚਾ ਜਿਹੜਾ ਹੈਗਾ ਉਹ ਸੈਕਿੰਡ ਹੋਣਾ ਚਾਹੀਦਾ, ਥਰਡ ਹੋਣਾ ਚਾਹੀਦਾ, ਪਰ ਨਹੀਂ, ਹਰੇਕ ਦੇ ਵਿੱਚ ਕੈਪੈਸਿਟੀ ਆ। ਤਾਂ ਉਹ ਜਿਹੜੀ ਆਪਣੀ ਹੈਗੀ ਹੈ ਕਿ ਉਹ ਇਹ ਕਰਨਾ ਕਿ ਸਿੱਖਣਾ ਕਿਸੇ ਤੋਂ, ਕਿਸੇ ਨੂੰ ਮੋਟੀਵੇਟ ਕਰਨਾ। ਜੇ ਆਪਾਂ ਜਿੱਤ ਗਏ ਆ ਉਹਦੀ ਖੁਸ਼ੀ ਵੀ ਉਸ ਤਰੀਕੇ ਨਾਲ ਮਨਾਉਣੀ ਕਿ ਦੂਜਾ ਬੰਦਾ ਹਾਰਨ ਵਾਲਾ ਜਿਹੜਾ ਹੈਗਾ ਆ ਉਹ ਮਹਿਸੂਸ ਨਾ ਕਰੇ। ਜੇ ਆਪਾਂ ਹਾਰ ਗਏ ਆ ਤਾਂ ਆਪਾਂ ਨੂੰ ਇਹ ਪਤਾ ਕਰਨਾ ਚਾਹੀਦਾ ਕਿ ਅਸੀਂ ਕਿਉਂ ਇਸ ਤਰ੍ਹਾਂ ਸਾਡੇ 'ਚ ਆਇਆ ਆ, ਜਾਂ ਕੋਈ ਵੀ ਜਿਹੜੀ ਚੀਜ਼ ਹੈਗੀ ਹੈ ਜੇ ਸਾਡੇ 'ਚ ਕੋਈ ਵੀ ਡਰਾਬੈਕਸ ਹੈਗੇ ਆ ਤਾਂ ਉਹਨਾਂ ਨੂੰ ਓਵਰਕਮ ਕਿਵੇਂ ਕਰ ਸਕਦੇ ਹਾਂ, ਕਰ ਲੈਣੀ ਚਾਹੀਦੀ ਹੈ। ਬਹੁਤ ਵਧੀਆ ਗੱਲ ਤੁਹਾਡੀ ਮੇਰੇ ਬਹੁਤ ਮਨ ਨੂੰ ਲੱਗੀ। ਜਿਹੜਾ ਇੱਕ ਕੌਨਫੀਡੈਂਸ ਲੈਵਲ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਜਦੋਂ ਵੀ ਬੱਚਿਆਂ ਨੂੰ ਅਸੀਂ ਕਿਤੇ ਭੇਜਦੇ ਹਾਂ, ਕਿਉਂਕਿ ਹੁਣ ਅਸੀਂ ਆਪਣੇ ਟਾਈਮ ਦੇ ਉੱਤੇ ਜਦੋਂ ਯੂਥ ਫੈਸਟੀਵਲਸ ਦੇ ਵਿੱਚ ਜਾਂਦੇ ਸੀ ਜਾਂ ਸਪੋਰਟਸ ਮੀਟਸ ਹੁੰਦੀਆਂ ਸੀ, ਇੰਟਰ ਸਕੂਲ ਜਾਂ ਇੰਟਰ ਕਾਲਜ, ਇੰਟਰ ਯੂਨੀਵਰਸਿਟੀ ਦੀਆਂ ਗੇਮਸ ਹੁੰਦੀਆਂ ਸੀ, ਅਸੀਂ ਹਮੇਸ਼ਾ ਇਸ ਸਪਿਰਿਟ ਦੇ ਨਾਲ ਚੱਲਦੇ ਸੀ ਕਿ ਗੇਮ
ਜਿਹੜੀ ਹੈ ਉਸ ਦੇ ਵਿੱਚ ਹਾਰ ਜਿੱਤ ਬਣੀ ਹੈ। ਹਾਂਜੀ ਅਸੀਂ ਇਹੀ ਅਗਲੀ ਪੀੜ੍ਹੀ ਤੱਕ ਸੰਦੇਸ਼ ਜਿਹੜਾ ਉਹ ਪਹੁੰਚਾਈਏ, ਕਿਉਂਕਿ ਕਿਤੇ ਨਾ ਕਿਤੇ ਜਿਹੜੀ ਐਕਸੈਪਟੈਂਸ ਹੈ ਮੈਂ ਕਹਾਂਗੀ ਇੱਥੇ ਕਿ ਸਾਡੇ ਵਿੱਚ ਜਿਹੜੀ ਉਸ ਦੀ ਕਾਫੀ ਘਾਟ ਹੈ। ਸੋ ਉਹ ਐਕਸੈਪਟੈਂਸ ਜਿਹੜੀ ਹੈ ਕਿ ਜੇ ਕੋਈ ਮੇਰੇ ਤੋਂ ਬਿਹਤਰ ਕਰ ਗਿਆ ਤੇ ਉਸ ਦੇ ਵਿੱਚ ਜਿਹੜੀ ਖੂਬੀ ਕੀ ਸੀ ਜਿਸ ਨੂੰ ਮੈਂ ਗ੍ਰਹਿਣ ਕਰ ਲਵਾਂ ਤੇ ਮੈਂ ਉਹਦੇ ਵਰਗਾ ਜਾਂ ਉਹਦੇ ਤੋਂ ਹੋਰ ਬਿਹਤਰ ਕਰ ਲਵਾਂ, ਬਜਾਏ ਇਸ ਤੇ ਕਿ ਜੇਕਰ ਕੋਈ ਮੇਰੇ ਤੋਂ ਬਿਹਤਰ ਕਰ ਰਿਹਾ ਤੇ ਮੈਂ ਉਸ ਦੇ ਵੱਲ ਵੇਖ ਕੇ ਜੈਲਸ ਫੀਲ ਕਰਾਂ ਜਾਂ ਮੈਂ ਉਸ ਦੇ ਵੱਲ ਦੇਖ ਕੇ ਤੇ ਨੈਗੇਟਿਵਿਟੀ ਜਿਹੜੀਆਂ ਨੈਗੇਟਿਵ ਵਾਈਬਸ ਆ ਉਹ ਭੇਜਾਂ। ਮੈਨੂੰ ਲੱਗਦਾ ਕਿ ਬਹੁਤ ਸੋਹਣੀ ਗੱਲ ਤੁਸੀਂ ਇਹ ਛੇੜੀ ਹੈ ਇੱਥੇ। ਸੋ ਜ਼ਰੂਰ ਅਸੀਂ ਅਗਲੀ ਪੀੜ੍ਹੀ ਨੂੰ ਇਹ ਸੰਦੇਸ਼ ਦੇ ਕੇ ਜਾਈਏ। ਸਾਡੇ ਸਰੋਤਿਆਂ ਦੇ ਲਈ ਕੋਈ ਖੂਬਸੂਰਤ ਜਿਹਾ ਸੰਦੇਸ਼ ਤੁਸੀਂ, ਮੈਨੂੰ ਬਹੁਤ ਚੰਗਾ ਲੱਗਿਆ ਅੱਜ ਤੁਹਾਡੇ ਨਾਲ ਗੱਲਾਂ ਕਰਕੇ ਰਾਜਵਿੰਦਰ, ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਸਰੋਤਿਆਂ ਨੂੰ? ਹਰਜੀਤ ਵੈਸੇ ਤਾਂ ਮੈਂ ਆਪ ਲਰਨਿੰਗ ਸਟੇਜ ਤੇ ਹਾਂ ਹਜੇ, ਦੇਖੋ ਇਨਸਾਨ ਸਾਰੀ ਉਮਰ ਹਾਂਜੀ ਕਿਉਂਕਿ ਹਰ ਰੋਜ਼ ਸਿੱਖਦੇ ਆ ਕੁਛ ਨਾ ਕੁਛ, ਤੇ ਮੈਂ ਸੰਦੇਸ਼ ਤਾਂ ਨਹੀਂ ਦੇ ਸਕਦੀ ਵੀ, ਮੈਂ ਬਸ ਇੱਕ ਸੁਝਾਅ ਦੇ ਸਕਦੀ ਹਾਂ, ਇੱਕ ਆਪਣੇ ਵਿਚਾਰ ਸਾਂਝੇ ਕਰ ਸਕਦੀ ਹਾਂ ਕਿ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰਨਾ ਚਾਹੀਦਾ, ਉਹਨਾਂ ਦੇ ਲੈਵਲ ਤੇ ਆ ਕੇ ਗੱਲ ਕਰਨੀ ਚਾਹੀਦੀ ਆ। ਕਿ ਜਿਵੇਂ ਮੈਂ ਐਜੂਕੇਸ਼ਨ ਸਾਈਕੋਲੋਜੀ ਦੇ ਵਿੱਚ ਮਾਸਟਰਸ ਦੀ ਜਦੋਂ ਐਜੂਕੇਸ਼ਨ ਕੀਤੀ ਸੀ ਤਾਂ ਚਾਈਲਡ ਸਾਈਕੋਲੋਜੀ ਬਾਰੇ ਬਹੁਤ ਕੁਝ ਪੜ੍ਹਿਆ ਸੀ, ਤੇ ਉਹ ਸਾਰੀਆਂ ਚੀਜ਼ਾਂ ਮੈਂ ਹੁਣ ਮਹਿਸੂਸ ਕਰਦੀ ਹਾਂ ਬੱਚਿਆਂ ਦੇ ਵਿੱਚ। ਐਂਜ਼ਾਈਟੀ, ਫਰਸਟ੍ਰੇਸ਼ਨ, ਹਨਾ, ਇਹ ਸਾਰੀਆਂ ਚੀਜ਼ਾਂ ਕਿਉਂ ਆਉਂਦੀਆਂ? ਉਹ ਮਾਹੌਲ ਤੋਂ ਆਉਂਦੀਆਂ। ਜਿਹੜਾ ਬੱਚੇ ਦੇ ਮਾਹੌਲ ਹੋ ਗਿਆ, ਡਾਈਟ ਹੋ ਗਈ, ਉਹਨੂੰ ਆਪਾਂ ਕਿਵੇਂ ਮੋਟੀਵੇਸ਼ਨ ਕਰਦੇ ਹਾਂ, ਪੋਜ਼ਿਟਿਵ ਸਟ੍ਰੈਟਜੀਜ਼ ਕਿਵੇਂ ਆਪਾਂ ਯੂਜ਼ ਕਰਦੇ ਹਾਂ। ਕਹਿੰਦਾ ਮਤਲਬ ਕਿ ਇੱਕ ਮਾਹੌਲ ਉਹੋ ਜਿਹਾ ਬਣਾਉਣਾ ਚਾਹੀਦਾ, ਪੇਰੈਂਟਸ ਨੂੰ ਉਵੇਂ ਦਾ ਮੋਟੀਵੇਟ ਹੋਣਾ ਚਾਹੀਦਾ, ਪੇਰੈਂਟਸ ਨੂੰ ਉਹਨਾਂ ਦੇ ਨਾਲ ਕਮਿਊਨੀਕੇਸ਼ਨ, ਬੱਚੇ ਨਾਲ ਓਪਨ ਰਿਲੇਸ਼ਨਸ਼ਿਪ, ਓਪਨ ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ। ਜਿਹੜੀ ਚੀਜ਼ ਆਪਾਂ ਡਰਾਬੈਕ ਕਰ ਰਹੇ ਹਾਂ ਡਿਊ ਟੂ ਟੈਕਨੋਲੋਜੀ ਨੇ ਆਪਾਂ ਨੂੰ ਦਿੱਤਾ ਸਾਰਾ ਕੁਝ, ਬਹੁਤ ਕੁਝ ਹੈ। ਜਿਵੇਂ ਹੁਣ ਜੇ ਮੈਂ ਸਕਿੱਲਸ ਕਵਾਂ ਡਿਵੈਲਪ ਕੀਤੀਆਂ ਤੇ ਟੈਕਨੋਲੋਜੀ ਦੇ ਕਰਕੇ ਹੀ ਕੀਤੀਆਂ, ਹਨਾ, ਕਿ ਉੱਥੋਂ ਆਪਾਂ ਨੂੰ ਆਈਡੀਆਜ਼ ਮਿਲਦੇ ਆ ਨਵੇਂ ਤੇ ਆਪਾਂ ਨੂੰ ਪੇਰੈਂਟਸ ਨਾਲ ਜ਼ਿਆਦਾ ਟਾਈਮ ਸਪੈਂਡ ਕਰਨਾ ਚਾਹੀਦਾ, ਬੱਚਿਆਂ ਨਾਲ ਜ਼ਿਆਦਾ ਟਾਈਮ ਸਪੈਂਡ ਕਰਨਾ ਚਾਹੀਦਾ, ਤੇ ਹੱਥੀਂ ਕੰਮ ਜਿੰਨਾ ਹੋ ਸਕਦਾ ਆਪ ਕਰਨਾ ਚਾਹੀਦਾ। ਮੈਂ ਇੱਥੇ ਇੱਕ ਚੀਜ਼ ਹੋਰ ਵੀ ਮੈਂਸ਼ਨ ਕਰਨਾ ਚਾਹੂੰਗੀ ਕਿ ਜਦੋਂ ਅਸੀਂ ਨਿਊਜ਼ੀਲੈਂਡ ਤੋਂ ਇੱਥੇ ਆਏ ਸੀ ਜਾਂ ਹੁਣ ਤੱਕ ਵੀ, ਈਵਨ ਅਸੀਂ ਰੈਜ਼ੀਡੈਂਸੀ ਵੀ ਆਪਣੀ ਆਪ ਪਾਈ ਆ, ਤੇ ਅਸੀਂ ਏਜੰਟ ਦੀ ਇੱਕ ਵਾਰੀ ਹੈਲਪ ਲਈ ਸੀਗੀ ਪਰ ਅਨਸਕਸੈਸਫੁਲ ਰਿਹਾ ਸੀ ਸਾਡਾ ਐਕਸਪੀਰੀਅੰਸ ਉਹਦੇ ਨਾਲ। ਪਰ ਹਾਂਜੀ, ਪਰ ਅਸੀਂ ਜਿਹੜੇ ਕੰਮ ਅਸੀਂ ਆਪ ਕੀਤੇ ਆ ਖੁਦ, ਅਸੀਂ ਹੋਮਵਰਕ ਕੀਤਾ ਆ, ਜੇ ਘਰ ਵੀ ਲਿਆ ਤਾਂ ਉਹਦੇ ਬਾਰੇ ਵੀ ਹੋਮਵਰਕ ਕੀਤਾ, ਤੇ ਅਸੀਂ ਪਲਾਨ ਕੀਤਾ ਵੀ ਅਸੀਂ ਆਹ ਚੀਜ਼ਾਂ ਹੈਗੀਆਂ, ਸਾਨੂੰ ਇੱਥੇ ਬੈਨੀਫਿਟ ਹੋ ਸਕਦਾ ਆ, ਇੱਥੋਂ ਜੇ ਅਸੀਂ ਜ਼ਿਆਦਾ ਉੱਪਰ ਚੱਲਾਂਗੇ। ਦੂਜੀ ਗੱਲ, ਅਸੀਂ ਚਾਦਰ ਤੋਂ ਵੱਧ ਪੈਰ ਨਹੀਂ ਪਸਾਰੇ, ਜਿੰਨੀ ਕੁ ਸਾਡੀ ਗੁੰਜਾਇਸ਼ ਸੀਗੀ ਅਸੀਂ ਉਨੀ ਕੁ ਕੀਤੀ ਆ। ਤੇ ਇਹ ਮੇਰਾ ਸੰਦੇਸ਼ ਹੈ, ਸੁਝਾਅ ਜੇ ਤੁਸੀਂ ਸਿੱਖਣ ਵਾਲੇ ਕੋਈ ਸਿੱਖ ਸਕਦੇ ਆ ਇਸ ਚੀਜ਼ਾਂ ਤੋਂ, ਤਾਂ ਮੈਂ ਇਹੀ ਕਹੂੰਗੀ ਕਿ ਆਪਣਾ ਕੰਮ ਆਪ ਕਰੋ, ਸੈਲਫ ਕੌਨਫੀਡੈਂਟ ਹੋ ਕੇ, ਸੈਲਫ ਮੋਟੀਵੇਟਡ ਹੋ ਕੇ। ਜਿੰਨੀ ਨੌਲੇਜ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮਿਲ ਸਕਦੀ ਆ, ਉਨੀ ਗੇਨ ਕਰਨ ਦੀ ਕੋਸ਼ਿਸ਼ ਕਰੋ, ਤੇ ਵਿਚਾਰ ਸਾਂਝੇ ਕਰੋ ਇੱਕ ਦੂਜੇ ਦੇ ਨਾਲ। ਅੱਜ ਕੱਲ ਹਰੇਕ ਕੋਈ ਡਿਪਰੈਸ਼ਨ 'ਚ ਆ, ਹਰੇਕ ਨੂੰ ਨਾਨਕ ਦੁਖੀਆ ਸਭ ਸੰਸਾਰ, ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ। ਮੇਨਲੀ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਦੁੱਖ ਕੀ ਹੈ ਕਿ ਆਪਣੀਆਂ ਫੈਮਿਲੀਜ਼ ਪਿੱਛੇ ਜਿਹੜੀਆਂ ਹੈਗੀਆਂ, ਕੋਈ ਬਿਮਾਰ ਹੈ, ਕੋਈ ਕਿਵੇਂ ਆ, ਹੁਣ ਕਿਸੇ ਕਾਰਨ ਕਰਕੇ ਆਪਾਂ ਉੱਥੇ ਵਾਪਸ ਨਹੀਂ ਜਾ ਸਕਦੇ, ਉਹਨਾਂ ਨੂੰ ਇੱਥੇ ਨਹੀਂ ਬੁਲਾ ਸਕਦੇ, ਤਾਂ ਇਹ ਵੀ ਬਹੁਤ ਵੱਡੀ ਐਂਜ਼ਾਈਟੀ ਆ, ਆਪਣੇ 'ਚ ਵੀ ਆ, ਆਪਣੇ ਬੱਚਿਆਂ 'ਚ ਵੀ ਆ, ਹਨਾ। ਤਾਂ ਇਹ ਚੀਜ਼ਾਂ ਨੂੰ ਆਪਾਂ ਨੂੰ ਉਸ ਤਰੀਕੇ ਨਾਲ ਬੈਲੈਂਸ ਕਰਨਾ ਚਾਹੀਦਾ ਕਿ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ, ਹੱਸਦੇ ਖੇਡਦੇ ਰਹਿਣਾ ਚਾਹੀਦਾ, ਵਿਚਾਰ ਸਾਂਝੇ ਕਰਦੇ ਰਹਿਣੇ ਚਾਹੀਦੇ ਆ, ਤੇ ਜੋ ਵੀ ਚੰਗਾ ਆਪਾਂ ਕਿਤੇ ਦੇਖਦੇ ਆ, ਪੜ੍ਹਦੇ ਆ, ਸੁਣਦੇ ਆ, ਉਹਨੂੰ ਆਪਣੀ ਲਾਈਫ ਦੇ ਵਿੱਚ ਫੋਲੋ ਕਰਨਾ ਚਾਹੀਦਾ, ਤੇ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ। ਸੋ ਬਹੁਤ ਸਾਰੇ ਸੰਦੇਸ਼ ਨੇ ਰਾਜਵਿੰਦਰ ਹੋਣਾ ਕੋਲ, ਬਹੁਤ ਚੰਗਾ ਲੱਗਿਆ ਰਾਜਵਿੰਦਰ, ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਵੇਖਣ ਵਾਲਿਆਂ ਨੂੰ ਵੀ ਬਹੁਤ ਚੰਗਾ ਲੱਗਿਆ ਅੱਜ ਤੁਹਾਨੂੰ ਮਿਲ ਕੇ। ਬੜੀਆਂ ਸੋਹਣੀਆਂ ਤੁਸੀਂ ਗੱਲਾਂ ਕੀਤੀਆਂ, ਬੜੀਆਂ ਸੁਚੱਜੀਆਂ ਜਿਹੜੀਆਂ ਤੁਹਾਡੀਆਂ ਖੂਬੀਆਂ ਨੇ, ਕੁਆਲਿਟੀਜ਼ ਨੇ। ਅਸੀਂ ਸਾਰੇ ਹੀ ਇਸ ਵੇਲੇ ਸੰਤਾਪ ਹਟਾ ਰਹੇ ਹਾਂ ਕੋਵਿਡ ਦੇ ਕਰਕੇ, ਵਿਸ਼ਵ ਭਰ ਦੇ ਵਿੱਚ ਸਾਰੇ ਮੁਲਕਾਂ ਦੇ ਆਪਸ ਦੇ ਵਿੱਚ ਆਉਣ ਜਾਣ ਜਿਹੜੇ ਆ ਉਹਨਾਂ ਤੇ ਪਾਬੰਦੀਆਂ ਨੇ। ਸੋ ਇਸ ਤਣਾਅ ਭਰੇ ਮਾਹੌਲ ਦੇ ਵਿੱਚ ਅਸੀਂ ਸਾਰੇ ਇੱਕ ਦੂਜੇ ਦਾ ਦੁੱਖ ਦਰਦ ਸੁਣੀਏ ਤੇ ਵੰਡਾਈਏ, ਦਿਲਾਂ ਦੀਆਂ ਜਿਹੜੀਆਂ ਕੁੰਡੀਆਂ ਨੇ ਉਹਨਾਂ ਨੂੰ ਖੋਲੀਏ, ਇੱਕ ਦੂਜੇ ਦੇ ਨਾਲ ਸਾਂਝ ਪਾਈਏ, ਤੇ ਪੋਜ਼ਿਟਿਵ ਵਾਈਬਸ ਜਿਹੜੀਆਂ ਨੇ ਉਹਨਾਂ ਦਾ ਆਦਾਨ ਪ੍ਰਦਾਨ ਕਰੀਏ। ਬਹੁਤ ਬਹੁਤ ਸ਼ੁਕਰੀਆ ਰਾਜਵਿੰਦਰ, ਤੁਸੀਂ ਅੱਜ ਸਮਾਂ ਕੱਢਿਆ ਸਾਡੇ ਲਈ, ਬਹੁਤ ਚੰਗਾ ਲੱਗਿਆ। ਬਹੁਤ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ। ਥੈਂਕ ਯੂ ਹਰਜੀਤ, ਸ਼ੁਕਰੀਆ ਜੀ।